ਅਸੀਂ 16ਵਾਂ ਚੈਪਟਰ ਜਿਸਲੇ ਦੂਸਰੇ ਸੈਮੂਅਲ ਦਾ ਪੜ੍ਹਦੇ ਪਏ ਸੀ ਤਾਂ ਅਸੀਂ ਇਹ ਦੇਖਿਆ ਸੀ ਕਿ ਜਿਸਲੇ ਦਾਊਦ ਉੱਥੋਂ ਤੁਰਿਆ ਆ ਯਰੂਸ਼ਲਮ ਦੇ ਵਿੱਚ ਤਾਂ ਰਸਤੇ ਦੇ ਵਿੱਚ ਸਭ ਤੋਂ ਪਹਿਲਾਂ ਸ਼ੀਬਾ ਮਿਲਿਆ ਔਰ ਸ਼ੀਬਾ ਉਸ ਦੇ ਲਈ ਰੋਟੀਆਂ ਔਰ ਬਾਕੀ ਦੀਆਂ ਚੀਜ਼ਾਂ ਔਰ ਰਾਜਕੁਮਾਰਾਂ ਦੇ ਲਈ ਔਰ ਰਾਣੀਆਂ ਦੇ ਲਈ ਗਧੇ ਲੈ ਕੇ ਆਇਆ ਜਿਨ੍ਹਾਂ ਦੀ ਸਵਾਰੀ ਕਰਕੇ ਉਹ ਅੱਗੇ ਜਾ ਸਕਦੇ ਸੀ। ਸੋ ਉਸਨੇ ਪੁੱਛਿਆ ਕਿ ਸਾਊਲ ਦਾ ਪੋਤਾ ਕਿਉਂ ਨਹੀਂ ਆਇਆ। ਉਸਨੇ ਕਿਹਾ ਕਿ ਉਹ ਰਾਜਾ ਬਣਨ ਦੀ ਸੋਚਦਾ ਪਿਆ, ਉਹ ਇੱਕ ਝੂਠ ਆ। ਉਹਨੇ ਕਿਹਾ ਠੀਕ ਆ, ਫਿਰ ਤੂੰ ਉਹਦੇ ਬਾਪ ਦੀ ਸਾਰੀ ਜਾਇਦਾਦ ਦੇ ਉੱਤੇ ਤੂੰ ਕਬਜ਼ਾ ਕਰ ਲੈ। ਸੋ ਸ਼ੀਬਾ ਨੇ ਜਾ ਕੇ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਸ਼ਮਈ ਮਿਲਿਆ ਜੋ ਸਾਊਲ ਦੇ ਘਰਾਣੇ ਦੇ ਵਿੱਚੋਂ ਸੀ, ਉਸਦੇ ਰਿਸ਼ਤੇਦਾਰਾਂ ਦੇ ਵਿੱਚੋਂ ਸੀ। ਉਸਨੇ ਦਾਊਦ ਦੇ ਉੱਤੇ ਧੁੱਦੜ ਉਡਾਈ, ਉਹਨਾਂ ਦੇ ਉੱਤੇ ਪੱਥਰ ਮਾਰੇ, ਜਾਣੀ ਕਿ ਕੰਕੜੀਆਂ ਮਾਰੀਆਂ ਚੱਕ ਚੱਕ ਕੇ, ਔਰ ਉਹਨੂੰ ਬਦਦੁਆਵਾਂ ਦਿੱਤੀਆਂ ਕਿ ਦੇਖ ਤੂੰ ਰਾਜਾ ਸਾਊਲ ਨੂੰ ਤੂੰ ਧੋਖੇ ਨਾਲ ਮਾਰਿਆ ਸੀ। which is wrong। ਦਾਊਦ ਨੇ ਉਸਨੂੰ ਧੋਖੇ ਨਾਲ ਨਹੀਂ ਮਾਰਿਆ, ਜਿੱਦਾਂ ਤੂੰ ਉਸਨੂੰ ਮਾਰਿਆ ਕਿਉਂਕਿ ਤੂੰ ਉਸਦਾ ਜਵਾਈ ਸੀ ਜੋ ਬਾਈਬਲ ਦੇ ਅਨੁਸਾਰ ਪੁੱਤਰ ਆ। ਜਿੱਦਾਂ ਤੂੰ ਉਸਨੂੰ ਉਸਦਾ ਰਾਜ ਖੋਇਆ, ਅੱਜ ਤੇਰਾ ਪੁੱਤਰ ਉਸੇ ਤਰ੍ਹਾਂ ਤੇਰੇ ਤੋਂ ਰਾਜ ਖੋਂਦਾ ਪਿਆ। ਇਹ ਤੈਨੂੰ ਪਰਮੇਸ਼ਰ ਦੇ ਵੱਲੋਂ ਸਜ਼ਾ ਮਿਲਦੀ ਪਈ ਆ। ਉਹ ਧੁੱਦੜ ਉਡਾਉਂਦਾ ਪਿਆ। ਅਬਸ਼ਈ ਨੇ ਕਿਹਾ ਕਿ ਰਾਜਾ ਇਹ ਕੀ ਆ, ਇਹ ਜਿਹੜਾ ਟੱਪਦਾ ਫਿਰਦਾ, ਮੈਨੂੰ ਦੱਸ, ਮੈਂ ਜਾ ਕੇ ਇਹਦਾ ਜਿਹੜਾ ਸਿਰ ਆ ਨਾ ਉਹ ਹੁਣੇ ਲਾ ਦਿੰਦਾ। ਉਸਨੇ ਕਿਹਾ ਨਹੀਂ। ਦਾਊਦ ਨੇ ਕਿਹਾ ਨਹੀਂ, ਇਹ ਜੋ ਕਹਿੰਦਾ ਤੂੰ ਇਹਨੂੰ ਕਰ, ਕਿਉਂਕਿ ਮੈਨੂੰ ਇਹ ਸੁਣਨਾ ਪੈਣਾ ਸੀ। ਔਰ ਇਹਨੂੰ ਕਹਿੰਦੇ ਆ ਕਿ ਆਪਣੀ ਸਜ਼ਾ ਨਮਰਤਾ ਦੇ ਨਾਲ ਸਵੀਕਾਰ ਕਰ। ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਿਆ, ਲੇਕਿਨ ਆਪਣੇ ਪ੍ਰਭੂ ਦੇ ਅੱਗੇ ਰੋਂਦਾ। ਜਿਸ ਲਈ ਅਸੀਂ 69 ਜ਼ਬੂਰ ਦੇ ਵਿੱਚ ਦੇਖਦੇ ਹਾਂ ਤੇ ਉਹ ਪ੍ਰਭੂ ਨੂੰ ਕਹਿ ਰਿਹਾ ਕਿ ਦੇਖ ਮੈਂ ਤੈਨੂੰ ਪੁਕਾਰਦਾ ਥੱਕ ਗਿਆ, ਤੂੰ ਹੁਣ ਮੇਰੇ ਤੇ ਕਿਰਪਾ ਕਰ। ਜੋ ਕੁਛ ਇਹ ਹੋ ਰਿਹਾ ਮੇਰੀਆਂ ਬੇਵਕੂਫੀਆਂ ਦੇ ਨਾਲ ਹੋ ਰਿਹਾ, ਮੈਂ ਜਾਣਦਾ। ਜਿਸ ਸਮੇਂ ਦੇ ਵਿੱਚ ਦੀ ਮੈਂ ਗੁਜ਼ਰਦਾ ਪਿਆ ਇਹ ਮੇਰੇ ਪਾਪ ਦੇ ਕਾਰਨ ਹੋ ਰਿਹਾ, ਮੈਂ ਜਾਣਦਾ ਪਿਆ। ਜੋ ਮੇਰੀ ਨਿੰਦਾ ਹੋ ਰਹੀ ਇਹ ਸਭ ਕੁਝ ਮੇਰੇ ਪਾਪ ਦੇ ਕਾਰਨ, ਪਰ ਤੂੰ ਮੇਰੇ ਤੇ ਰਹਿਮ ਕਰ। ਔਰ ਦੂਸਰੇ ਪਾਸੇ ਇੱਕ ਚੀਜ਼ ਸਾਨੂੰ ਬੜੀ ਇੱਥੇ ਅਜੀਬ ਦਿਖਾਈ ਦਿੰਦੀ। ਅਸੀਂ ਕਹਿੰਦੇ ਉਹ ਏਦਾਂ ਕਿਉਂ ਕਹਿੰਦਾ ਹੈ, ਉਹ ਇਹ ਕਿਉਂ ਕਹਿੰਦਾ ਕਿ ਤੂੰ ਉਹਨਾਂ ਨੂੰ ਅੱਖਾਂ ਤੋਂ ਅੰਨੇ ਕਰ ਦੇ, ਲੱਕ ਤੋਂ ਕੁੱਬੇ ਕਰ ਦੇ, ਉਹ ਕਦੀ ਉੱਠ ਨਾ ਸਕਣ, ਤੂੰ ਉਹਨਾਂ ਦਾ ਨਾਮ ਮਿਟਾ ਦੇ, ਜੀਵਨ ਦੀ ਪੋਥੀ ਚ ਉਹਨਾਂ ਦੇ ਆਪਣੇ ਨਾਂ ਕੱਟ ਦੇ। That's how he feels। ਜਿਸ ਲਈ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ, ਅਗਰ ਤੁਹਾਡੇ ਅੰਦਰ ਗੁੱਸਾ ਆ ਤੇ ਉਸਨੂੰ ਪ੍ਰਭੂ ਦੇ ਅੱਗੇ ਰੱਖੋ। ਅਗਰ ਮੈਨੂੰ ਕਿਸੇ ਭੈਣ ਭਰਾ ਦੇ ਖਿਲਾਫ ਕੋਈ ਗੁੱਸਾ ਆ ਤੇ ਮੈਂ ਉਹਨੂੰ ਪ੍ਰਭੂ ਦੇ ਸਾਹਮਣੇ ਰੱਖੂੰਗਾ। ਪ੍ਰਭੂ ਮੈਂ ਏਦਾਂ ਮਹਿਸੂਸ ਕਰਦਾ, ਤਾਂ ਪ੍ਰਭੂ ਮੈਨੂੰ ਤਾਕਤ ਦੇਗਾ ਤੇ ਮੈਂ ਉਦਾਂ ਉਹ ਮੇਰੇ ਜ਼ਖਮ ਨੂੰ ਭਰਨਾ ਸ਼ੁਰੂ ਕਰੇਗਾ, ਕਿਉਂਕਿ ਮੈਂ ਸੱਚਾਈ ਦੇ ਨਾਲ ਜਿਹੜੀ ਅਸਲੀ ਪਾਸਾ ਉਹ ਕੱਢ ਕੇ ਉਹਦੇ ਮੂਹਰੇ ਰੱਖ ਦਿੱਤੀ। ਅਸਲੀ ਜ਼ਖਮ ਤੋਂ ਮੈਂ ਜਿਹੜਾ ਹੈਗਾ ਜਿਹੜੀ ਟੇਪ ਲਾਤੀ ਔਰ ਦੱਸ ਦਿੱਤਾ ਕਿ ਇੱਥੇ ਦਰਦ ਹੁੰਦੀ। ਦਾਊਦ ਓਨੈਸਟ ਆ ਪ੍ਰਭੂ ਦੇ ਨਾਲ, ਉਹ ਜਿੱਦਾਂ ਮਹਿਸੂਸ ਕਰਦਾ ਉਹ ਪ੍ਰਭੂ ਦੇ ਅੱਗੇ ਉਦਾਂ ਹੀ ਆਪਣੀ ਦੁਆ, ਆਪਣਾ ਰੋਣਾ, ਆਪਣਾ ਵਿਰਲਾਪ ਉਹਦੇ ਅੱਗੇ ਰੱਖ ਦਿੰਦਾ। ਔਰ ਅੰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਪ੍ਰਭੂ ਤੋਂ ਇੱਕ ਆਸ ਲੈ ਕੇ ਉੱਠਦਾ। ਸੋ ਇਸ ਵੇਲੇ ਦਾਊਦ ਜਿੱਦਾਂ ਮਹਿਸੂਸ ਕਰ ਰਿਹਾ ਕਿ ਉਹਨੂੰ ਖਬਰ ਮਿਲੀ ਆ ਕਿ ਤੇਰੇ ਪੁੱਤਰ ਨੇ ਜਿਹੜੀਆਂ ਤੇਰੀਆਂ ਰਖਿਆਲਾਂ ਸੀਗੀਆਂ ਉਹ ਮਹਿਲ ਦੇ ਉੱਤੇ ਤੰਬੂ ਲਾ ਕੇ ਉਹਨਾਂ ਨਾਲ ਸੰਗ ਕਰਕੇ ਤੇ ਤੇਰਾ ਅਪਮਾਨ ਕੀਤਾ। ਉਧਰੋਂ ਸਾਊਲ ਦੇ ਲੋਕ ਉਸ ਦਾ ਅਪਮਾਨ ਕਰਦੇ ਪਏ।
सो उस अपमानजनक हालत दे विच जबूर 69 जिहड़ा 69 जबूर आ ये उसकी दुआ आ जो उसने प्रभु के अगे रखी। फिट्स हाँ हुण पता लगदा कि जबूरां दा मतलब की है, ये कित्थे लिखेगा, ये क्यों लिखेगा, असीं इन्हां नूं फॉलो किद्दां कर सकदे। जिद्दां कि अजकल एक बहुत आम चीज चली हुआ एंड आई एम आइदर फॉर इट नॉर अगेंस्ट इट। ना मैं ओदे हक दे विच हां, ना मैं ओदे ना मैं ओह चीज नूं आप फॉलो करदा। वो है कि आयतां नूं क्लेम करना, वेल एंड गुड, तो की वो आयतां उस हालात दे विच लिखियां गईयां इतिहास दे नाल उत्थे जुड़दियां कि मैं उस हालात च बैठा हां जिस हालात दे विच वो आयतां, ये बहुत जरूरी है। और इस करके जिहड़ा असीं बाइबल स्टडी करते पे हैं इस दे विच ये जबूर जिहड़े असीं प्रभु की हजूरी दे विच अपनी जिंदगी दे विच एक्सेप्ट करते हैं। देयर आर मैनी टाइम्स मैं अपनी जिंदगी दे विच 130 जबूर नूं अपनी जिंदगी दे विच प्रभु की हजूरी दे विच एक्सेप्ट कीता, लेकिन मैनूं क्यों कीता, मैनूं पता सी कि वो दाऊद दा जबूर कित्थे सी। और जिहड़ा प्रभु ने आसरा दिता उसने वखरे तरह नाल दिता, उसने दाऊद वांग तां नहीं दिता पर वखरे तरीके नाल दिता। सो साम 69 ਇੱਥੇ ਆਉਂਦਾ और दूसरा जबूर 70 ਇੱਥੇ ਆਉਂਦਾ। ਇਹ 993 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ ਇਹ ਸਾਰੀਆਂ ਲਿਖਤਾਂ ਲਿਖੀਆਂ ਗਈਆਂ। ਹੁਣ ਕੋਈ ਜਣਾ सिस्टर जी तुसीं पढ़दे हो ਇਹਦੀਆਂ ਸਿਰਫ 5 ਆਇਤਾਂ। ओके जी। मदद दे लई प्रार्थना। हे परमेश्वर मेरा बचा कर, हे प्रभु तुरंत मेरी मदद कर। मेरी जान दे गाहक शर्मिंदे हो के घबरा जान, जो मेरे दुख तो खुश हुंदे हन। ਉਹ ਪਿਛਾਂਹ ਹਟਾਏ ਜਾਣ ਕਾਰਨ ਅਪਮਾਨਿਤ ਹੋਣ, ਜੋ ਮੈਨੂੰ ਵਾਹ ਵਾਹ ਕਹਿ ਕੇ ਠੱਠੇ ਕਰਦੇ ਹਨ। ਉਹ ਆਪ ਹੀ ਸ਼ਰਮਿੰਦੇ ਹੋ ਕੇ ਪਿੱਛੇ ਹਟ ਜਾਣ। ਪਰ ਤੇਰੇ ਸਭ ਖੋਜੀ ਖੁਸ਼ ਅਤੇ ਆਨੰਦਿਤ ਹੋਣ ਅਤੇ ਤੇਰੀ ਮੁਕਤੀ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਇਹ ਕਹਿਣ, ਪਰਮੇਸ਼ਰ ਮਹਾਨ ਹੈ। हे ਪਰਮੇਸ਼ਰ ਮੈਂ ਗਰੀਬ ਅਤੇ ਲੋੜਵੰਦ ਹਾਂ, ਤੂੰ ਤੁਰੰਤ ਮੇਰੇ ਕੋਲ ਆ, ਤੂੰ ਹੀ ਮੇਰੀ ਮਦਦ ਕਰ ਅਤੇ ਮੈਨੂੰ ਛੁਟਕਾਰਾ ਦੇ। हे ਪ੍ਰਭੂ ਤੂੰ ਦੇਰ ਨਾ ਕਰ। एक चीज हमेशा देखियो, दाऊद ने कभी प्रभु तो चीजा नहीं मंगिया, उसने हमेशा मुक्ति दा आनंद, पवित्र आत्मा दी हजूरी, प्रभु दा साथ और हमेशा उसने ये मंगया कि प्रभु तू मैनू जवाब दे। हमेशा उसका जवाब उसके मूहों सुनन दे लई, उसका शब्द अपने कान, मेरे कान खोल मैं तेन सुन सका। उसने हमेशा ये चीजा मंगिया, क्योंकि उसने हमेशा ये चीजा मंगिया ते बाकी सब कुछ प्रभु ने उसने दे दिता। ये मेन चीज है दाऊद दे जबूरां दे विच, ये असी मेन चीज, ही इज ऑनेस्ट विद गॉड। जो प्रभु दे नाल गुस्से आ ते उसने वो तुसी देख ओदे जबूर दे विच देख सकदे हो कि प्रभु नाल गुस्से। जे वो शर्मिंदा है तो तुसी देख सकदे हो शर्मिंदा है। जे वो घबराया आ ते दाऊद दीयां लिखतां दे विच असी देख सकदे हो कि घबराया। जे वो खुश है तो असी देख सकदे हो खुश। जे परमेश्वर दी भरपूरी दे नाल वो भरपूर आ तो देख सकते हैं कि किद्दां परमेश्वर दे वो हर एक चीज का बयान करदा पिया, उसके शब्द का, उसके नाम का, उसकी हजूरी का, उसकी परछाई का किद्दां वो बयान करता पिया। ये चीज़ां हमेशा तुसी उसदी विच देखोगे। सो इस वेले दुश्मन ने उसनूं चार चफेरियों घेरिया आ,
ਔਰ ਦੋ ਤਰ੍ਹਾਂ ਦੇ ਦੁਸ਼ਮਣ ਹੁੰਦੇ ਆ, ਇੱਕ ਦੁਸ਼ਮਣ ਦੇ ਹੱਥ ਦੇ ਵਿੱਚ ਤਲਵਾਰ ਹੁੰਦੀ, ਦੂਜੇ ਦੇ ਮੂੰਹ ਦੇ ਵਿੱਚ ਤਲਵਾਰ ਹੁੰਦੀ। ਔਰ ਇਹ ਉਹ ਦੁਸ਼ਮਣ ਹੈ ਜਿਹਦੇ ਮੂੰਹ ਦੇ ਵਿੱਚ ਤਲਵਾਰ ਆ, ਤੇ ਇੱਕ ਉਹ ਦੁਸ਼ਮਣ ਹੈ ਜਿਹੜਾ ਆਪਣਾ ਪੁੱਤਰ ਜਿਸਨੂੰ ਉਹ ਬਹੁਤ ਪਿਆਰ ਕਰਦਾ, ਜਿਸ ਦੇ ਹੱਥ ਵਿੱਚ ਤਲਵਾਰ। ਔਰ ਦੋਨੋਂ ਤਲਵਾਰਾਂ ਇਸ ਵੇਲੇ ਉਸ ਨੂੰ ਜ਼ਖਮ ਦੇ ਰਹੀਆਂ। ਲੇਕਿਨ ਇਸ ਸਮੇਂ ਦੇ ਵਿੱਚ ਉਹ ਪ੍ਰਭੂ ਨੂੰ ਇਹ ਕਹਿ ਰਿਹਾ, ਪਰ ਤੇਰੇ ਖੋਜੀ ਖੁਸ਼ ਅਤੇ ਆਨੰਦਿਤ ਹੋਣ ਅਤੇ ਤੇਰੀ ਮੁਕਤੀ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਕਹਿਣ, God is good। ਅਸੀਂ ਉਹ ਕਹਿੰਦੇ ਹੁੰਦੇ, God is good all the time God is good। That's where it's taken from। ਉਹ ਸਿਰਫ ਉਹਨਾਂ ਲੋਕਾਂ ਦਾ ਨਾਰਾ ਆ ਜਿਹੜੇ ਉਸਦੇ ਖੋਜੀ ਆ, ਜਿਹੜੇ ਉਸਦੇ ਵਿੱਚ ਖੁਸ਼ ਤੇ ਆਨੰਦਿਤ ਰਹਿੰਦੇ ਆ, ਔਰ ਜਿਹੜੇ ਉਸਦੀ ਮੁਕਤੀ ਨੂੰ ਪਿਆਰ ਕਰਦੇ ਆ, ਉਹਦੀ ਦਿੱਤੀ ਹੋਈ ਮੁਕਤੀ ਨੂੰ ਪਿਆਰ ਕਰਦੇ ਆ। They say God is good। ਔਰ ਅਖੀਰ ਉਸਨੇ ਆਪਣੀ ਦੁਆ ਰੱਖੀ, ਹੇ ਪਰਮੇਸ਼ਰ, ਮੈਂ ਗਰੀਬ ਅਤੇ ਲੋੜਵੰਦ ਹਾਂ, ਤੂੰ ਤੁਰੰਤ ਮੇਰੇ ਕੋਲ ਆ, ਤੂੰ ਹੀ ਮੇਰੀ ਮਦਦ ਕਰ ਅਤੇ ਮੈਨੂੰ ਛੁਟਕਾਰਾ ਦੇ। ਹੇ ਪ੍ਰਭੂ, ਹੁਣ ਦੇਰ ਨਾ ਕਰ, ਹੁਣ ਦੇਰ ਨਾ ਕਰ। ਸੋ ਉਸਨੇ ਅਗੇਨ ਆਪਣਾ ਸਾਰਾ ਗੁਨਾਹ ਮੰਨੇ। ਉਹਨੇ ਦੱਸਿਆ ਕਿ ਮੈਂ ਮੂਰਖ ਇਨਸਾਨ ਹਾਂ, ਮੈਂ ਮੂਰਖਤਾਵਾਂ ਕੀਤੀਆਂ, ਔਰ ਮੂਰਖਤਾਵਾਂ ਕਰਦੇ ਕਰਦੇ ਨੇ ਗੁਨਾਹ ਕੀਤਾ। ਮੇਰੇ ਗੁਨਾਹ ਨੇ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਜਿਹੜੇ ਕੱਲ ਤੱਕ ਬੋਲ ਮੇਰੇ ਸਾਹਮਣੇ ਅੱਖਾਂ ਨਹੀਂ ਸੀ ਚੁੱਕ ਸਕਦੇ, ਉਹ ਅੱਜ ਮੇਰੇ ਤੇ ਧੁੱਦੜ ਉਡਾਉਂਦੇ। ਮੇਰਾ ਪੁੱਤਰ ਜਿਹੜਾ ਡਰਦਾ ਮਾਰਾ ਦੌੜਿਆ ਸੀਗਾ, ਅੱਜ ਉਹ ਮੈਨੂੰ ਆਪਣੀ ਤਲਵਾਰ ਦਿਖਾਉਂਦਾ ਪਿਆ। ਇਹ ਮੇਰਾ ਗੁਨਾਹ ਹੈ, ਇਹ ਮੇਰਾ ਗੁਨਾਹ ਹੈ। ਅਸੀਂ ਹੁਣ ਦੱਸੇ ਉਹਦਾ ਜ਼ਬੂਰ 27 ਤੁਸੀਂ ਇੱਥੇ ਲਿਖ ਲਓ, ਕਿਉਂਕਿ 27 ਜ਼ਬੂਰ ਵੀ ਇੱਥੇ ਹੀ ਆਉਂਦਾ। ਜਿੱਥੇ ਤੱਕ ਮੇਰਾ ਖਿਆਲ ਹੈ ਕਿ ਅਸੀਂ ਇਸ ਜ਼ਬੂਰ ਨੂੰ ਇੱਕ ਵਾਰੀ ਪਹਿਲਾਂ ਪੜ੍ਹ ਚੁੱਕੇ ਹਾਂ। ਸੋ let's read it। It's a beautiful psalm। It's beautiful psalm ਕਿਉਂਕਿ ਇਹ ਤਿੰਨਾਂ ਜ਼ਬੂਰਾਂ ਦੀ ਇੱਕ ਪ੍ਰੋਗਰੈਸ਼ਨ ਆ ਕਿ ਉਹ ਬਿਲਕੁਲ ਡੂੰਘੀ ਜਗ੍ਹਾ ਤੇ ਉੱਤੇ ਬੈਠਾ ਆ, ਜਿੱਥੋਂ ਉਹ ਪ੍ਰਭੂ ਨੂੰ ਪੁਕਾਰਦਾ ਪਿਆ, ਉਸਨੂੰ ਕੁਛ ਦਿਖਾਈ ਨਹੀਂ ਦੇ ਰਿਹਾ। ਜਿਸ ਲਈ ਅਸੀਂ ਅਗਲਾ ਜ਼ਬੂਰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਸਦੀ ਹਾਲਤ ਦੇ ਵਿੱਚ ਪ੍ਰਭੂ ਨੇ ਉਸਦੀ ਹਾਲਤ ਦੇ ਵਿੱਚ ਥੋੜਾ ਜਿਹਾ, ਹਾਲਾਤ ਉਹੀ ਆ ਪਰ ਉਹਦੀ ਆਪਣੀ ਹਾਲਤ ਦੇ ਵਿੱਚ ਥੋੜਾ ਜਿਹਾ ਸੁਧਾਰ ਲਿਆਂਦਾ। ਸੋ ਜਿਸ ਲਈ ਹੁਣ ਅਸੀਂ 27ਵਾਂ ਜ਼ਬੂਰ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਹੀ ਇਜ਼ ਮਚ ਬੈਟਰ ਪਲੇਸ। ਆਤਮਿਕ ਤੌਰ ਤੇ ਔਰ ਮਾਨਸਿਕ ਤੌਰ ਤੇ ਹੀ ਇਜ਼ ਐਟ ਬੈਟਰ ਪਲੇਸ। ਸੋ ਅਸੀਂ ਇਹ ਦੇਖਦੇ ਪਏ, ਜਿਸ ਨੂੰ ਮਿਲ ਜਾਏ ਪੜ੍ਹਦੇ। ਅੱਜ ਮੈਂ ਪੜ੍ਹ ਦਿੰਦੀ ਹਾਂ। ਗੋ ਅਹੈਡ ਮੇਰੀ ਭੈਣ। ਪ੍ਰਭੂ ਮੇਰਾ ਚਾਨਣ ਤੇ ਛੁਟਕਾਰਾ ਦੇਣ ਵਾਲਾ ਹੈ, ਮੈਂ ਕਿਸ ਤੋਂ ਡਰਾਂ? ਉਹ ਮੇਰਾ ਜੀਵਨ ਰੱਖਿਅਕ ਹੈ, ਮੈਂ ਕਿਸ ਦਾ ਭੈ ਖਾਵਾਂ? ਜਦੋਂ ਬੁਰੇ ਲੋਕ ਮੇਰੇ ਵਿਰੁੱਧ ਉੱਠ ਖੜੇ ਹੋਏ, ਜਦੋਂ ਮੈਨੂੰ ਪਾੜ ਖਾਣ ਦੇ ਲਈ ਅੱਗੇ ਵਧੇ, ਤਦ ਉਹ ਮੇਰੇ ਸਭ ਬੁਰਾ ਚਾਹਣ ਵਾਲੇ ਅਤੇ ਬੈਰੀ ਡਿੱਗ ਪੈਣਗੇ। ਬੇਸ਼ੱਕ ਮੇਰੇ ਵਿਰੁੱਧ ਫੌਜਾਂ ਵੀ ਕਿਉਂ ਨਾ ਆ ਜਾਣ, ਪਰ ਮੈਂ ਨਹੀਂ ਡਰਾਂਗਾ। ਬੇਸ਼ੱਕ ਮੇਰੇ ਵਿਰੁੱਧ ਲੜਾਈਆਂ ਵੀ ਛਿੜ ਜਾਣ, ਪਰ ਮੈਂ ਬੇਫਿਕਰ ਰਹਾਂਗਾ। ਮੈਂ ਪ੍ਰਭੂ ਤੋਂ ਕੇਵਲ ਇੱਕ ਹੀ ਵਰਦਾਨ ਮੰਗਿਆ ਹੈ, ਜੋ ਜੀਵਨ ਭਰ ਪਰਮੇਸ਼ਵਰ ਦੇ ਘਰ ਵਿੱਚ ਰਹਿ ਸਕਾਂ। ਮੈਂ ਇਸੇ ਦੀ ਹੀ ਭਾਲ ਕਰਾਂਗਾ, ਤਾਂ ਜੋ ਮੈਂ ਪ੍ਰਭੂ ਦੀ ਸੁੰਦਰਤਾ ਦੇ ਦਰਸ਼ਨ ਕਰਾਂ ਅਤੇ ਉਸ ਦੇ ਮੰਦਿਰ ਵਿੱਚ ਧਿਆਨ ਕਰਾਂ। ਉਹ ਦੁੱਖ ਦੇ ਸਮੇਂ ਮੇਰੀ ਰੱਖਿਆ ਕਰੇਗਾ। ਉਹ ਆਪਣੇ ਤੰਬੂ ਹੇਠ ਮੈਨੂੰ ਆਸਰਾ ਦੇਵੇਗਾ ਅਤੇ ਉੱਚੀ ਚਟਾਨ ਉੱਤੇ ਖੜਿਆ ਕਰੇਗਾ। ਮੇਰਾ ਸਿਰ ਮੇਰੇ ਵੈਰੀਆਂ ਦੇ ਵਿਚਕਾਰ ਉੱਚਾ ਕੀਤਾ ਜਾਵੇਗਾ। ਮੈਂ ਪ੍ਰਭੂ ਦੇ ਤੰਬੂ ਵਿੱਚ ਆਨੰਦ ਦੀ ਕੁਰਬਾਨੀ ਚੜਾਵਾਂਗਾ। ਮੈਂ ਗੀਤਾਂ ਨਾਲ ਪ੍ਰਭੂ ਦੀ ਵਡਿਆਈ ਗਾਵਾਂਗਾ। ਹੇ ਪ੍ਰਭੂ, ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਕਿਰਪਾ ਕਰਕੇ ਮੇਰੀ ਸੁਣਨਾ ਅਤੇ ਮੈਨੂੰ ਉੱਤਰ ਦੇਣਾ। ਮੇਰੇ ਮਨ ਨੇ ਤੇਰੀ ਇਹ ਆਵਾਜ਼ ਸੁਣੀ, ਤੂੰ ਮੇਰੇ ਦਰਸ਼ਨ ਦੀ ਭਾਲ ਕਰ।
ਤਦ ਮੈਂ ਉੱਤਰ ਦਿੱਤਾ, हे ਪ੍ਰਭੂ, ਮੈਂ ਤੇਰੇ ਦਰਸ਼ਨ ਦੀ ਭਾਲ ਕਰਦਾ ਹਾਂ। ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਛੁਪਾ। ਤੂੰ ਗੁੱਸੇ ਵਿੱਚ ਆਪਣੇ ਦਾਸ ਨੂੰ ਦੂਰ ਨਾ ਕਰ। ਤੂੰ ਹੀ ਮੇਰਾ ਮਦਦਗਾਰ ਰਿਹਾ ਹੈ। हे ਮੇਰੇ ਮੁਕਤੀਦਾਤਾ ਪਰਮੇਸ਼ਵਰ, ਤੂੰ ਮੈਨੂੰ ਨਾ ਛੱਡ ਅਤੇ ਨਾ ਤਿਆਗ। ਬੇਸ਼ੱਕ ਮੇਰੇ ਮਾਂ-ਪਿਓ ਮੈਨੂੰ ਛੱਡ ਵੀ ਦੇਣ, ਪਰ ਪ੍ਰਭੂ ਮੇਰੀ ਫੇਰ ਵੀ ਸੰਭਾਲ ਕਰੇਗਾ। हे ਪ੍ਰਭੂ, ਤੂੰ ਮੈਨੂੰ ਆਪਣੇ ਰਾਹ ਬਾਰੇ ਸਿਖਾ। ਤੂੰ ਮੈਨੂੰ ਪੱਧਰੇ ਰਾਹ ਤੇ ਲੈ ਚੱਲ। ਤੂੰ ਮੈਨੂੰ ਮੇਰੇ ਵਿਰੋਧੀਆਂ ਦੀ ਇੱਛਾ ਅਨੁਸਾਰ ਨਾ ਛੱਡ। ਮੇਰੇ ਵਿਰੁੱਧ ਬਹੁਤ ਸਾਰੇ ਝੂਠੇ ਗਵਾਹ ਉੱਠ ਖੜੇ ਹੋਏ ਹਨ। ਉਹ ਖਤਰਨਾਕ ਆਵਾਜ਼ਾਂ ਕੱਸ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਮੈਂ ਜਿਉਂਦਿਆਂ ਦੀ ਧਰਤੀ ਉੱਤੇ ਪ੍ਰਭੂ ਦੀ ਭਲਾਈ ਦੇ ਦਰਸ਼ਨ ਕਰਾਂਗਾ। ਪ੍ਰਭੂ ਦੀ ਉਡੀਕ ਰੱਖ, ਤਕੜਾ ਹੋ ਕੇ ਦਲੇਰੀ ਕਰ। ਹਾਂ, ਪ੍ਰਭੂ ਦੀ ਉਡੀਕ ਕਰ। ਆਮੀਨ। ਸੋ ਉਸ ਨੂੰ ਪ੍ਰਭੂ ਨੇ ਆਪਣੀ ਹਜ਼ੂਰੀ, ਜਿੱਦਾਂ ਅਸੀਂ 69 ਪੜ੍ਹਿਆ ਸੀ, ਤੇ ਉਸ ਦੀ ਮਨ ਦੀ ਹਾਲਤ ਕੁਝ ਹੋਰ ਸੀ, ਆਤਮਾ ਦੀ ਹਾਲਤ ਕੁਝ ਹੋਰ ਸੀ। ਜਿਸ ਲਈ ਅਸੀਂ ਜ਼ਬੂਰ 70 ਪੜ੍ਹਿਆ ਤਾਂ ਅਸੀਂ ਦੇਖਿਆ ਕਿ ਉਸ ਦਾ ਧਿਆਨ ਪ੍ਰਭੂ ਦੇ ਵੱਲ ਲੱਗ ਗਿਆ, ਉਹਦਾ ਧਿਆਨ ਆਪਣੇ ਦੁਸ਼ਮਣਾਂ ਤੋਂ ਹਟ ਗਿਆ। ਔਰ ਜਿਸ ਲਈ ਹੁਣ ਅਸੀਂ ਇਸ ਜ਼ਬੂਰ ਦੇ ਵਿੱਚ ਦੇਖਦੇ ਪਏ ਹਾਂ ਕਿ ਪ੍ਰਭੂ ਦੀ ਆਵਾਜ਼ ਵੀ ਉਸ ਨੂੰ ਸੁਣਾਈ ਦੇ ਰਹੀ, ਪਰ ਉਸ ਦੇ ਨਾਲ ਨਾਲ ਪ੍ਰਭੂ ਦਾ ਹੌਸਲਾ ਵੀ ਉਸ ਦੇ ਦਿਲ ਨੂੰ ਮਿਲ ਗਿਆ ਕਿ ਤੂੰ ਤਕੜਾ ਹੋ, ਉੱਠ, ਤਕੜਾ ਹੋ, ਪ੍ਰਭੂ ਦੀ ਉਡੀਕ ਕਰ। ਯਾਨੀ ਕਿ ਇਹ ਸਮਾਂ ਜਿਸ ਲਈ ਆਏਗਾ ਤਾਂ ਪ੍ਰਭੂ ਤੈਨੂੰ ਜਿੱਤ ਦੇਗਾ। ਤੂੰ ਉਸ ਸਮੇਂ ਦੀ ਉਡੀਕ ਕਰ, ਪ੍ਰਭੂ ਦੀ ਉਡੀਕ ਕਰ, ਤੂੰ ਪ੍ਰਭੂ ਦੀ ਉਡੀਕ ਕਰ। ਐਂਡ ਇਸ ਕਰਕੇ ਵਚਨ ਦੀ ਸਭ ਤੋਂ ਵੱਡੀ ਵਡਿਆਈ ਇਹ ਆ ਕਿ ਇਸ ਦੇ ਵਿੱਚ ਪ੍ਰਭੂ ਦਾ ਬੰਦਾ ਹੀ ਨਹੀਂ ਤਾਂ ਨੂੰ ਮੂੰਹ ਕਰਕੇ ਬੋਲੀ ਜਾਂਦਾ ਕਿ ਤੂੰ ਆਹ ਆ, ਤੂੰ ਆਹ ਆ, ਤੂੰ ਆਹ ਆ, ਤੂੰ ਆਹ ਆ। ਨਹੀਂ, ਉੱਤੋਂ ਆਵਾਜ਼ ਵੀ ਆਉਂਦੀ ਹੈ, ਉੱਤੋਂ ਆਵਾਜ਼ ਵੀ ਆਉਂਦੀ ਹੈ। ਜਿਉਂਦੇ ਪ੍ਰਭੂ ਦੀ ਆਵਾਜ਼ ਵੀ ਆਉਂਦੀ ਹੈ। ਸੋ ਜਿਉਂਦੇ ਪ੍ਰਭੂ ਦੀ ਆਵਾਜ਼ ਜੋ ਉਸਦੇ ਦਿਲ ਦੇ ਵਿੱਚ ਆ ਰਹੀ ਆ ਕਿ ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਜੋ ਹੋ ਰਹੀਆਂ, ਤੂੰ ਸਿਰਫ ਮੇਰੇ ਦਰਸ਼ਨ ਦੀ ਭਾਲ ਕਰ। ਉਸਨੇ ਕਿਹਾ, ਹਾਂ, ਮੈਂ ਤੇਰੇ ਹੀ ਰਾਹਾਂ ਦੀ ਭਾਲ ਕਰਾਂਗਾ, ਮੈਂ ਤੇਰੇ ਹੀ ਦਰਸ਼ਨ ਦੀ ਭਾਲ ਕਰਾਂਗਾ, ਮੈਂ ਤੇਰਾ ਹੀ ਇੰਤਜ਼ਾਰ ਕਰਾਂਗਾ। ਜਿਸ ਲਈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਤੇ ਕਿੰਨਾ ਇਹ ਵਚਨ ਕਿੰਨਾ ਮਜ਼ਬੂਤ ਤੇ ਕਿੰਨਾ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਣ ਲੱਗ ਪੈਂਦਾ ਕਿ ਨੇੜਤਾ ਦੇ ਨਾਲ ਕਿ ਇਹਨਾਂ ਦਾ ਤੇ ਜ਼ਬੂਰਾਂ ਦਾ, ਜਿਹੜੇ ਭਜਨਾਂ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਆ। ਜ਼ਿੰਦਗੀ ਤੇ ਮੌਤ ਵਾਲਾ ਰਿਸ਼ਤਾ ਹੈ। ਇੰਨਾ ਵੱਡਾ ਰਿਸ਼ਤਾ ਹੈ। ਸੋ ਅਸੀਂ ਜਿਸ ਲਈ ਇਹਨਾਂ ਚੀਜ਼ਾਂ ਨੂੰ ਦੇਖਦੇ। ਹੁਣ ਅਸੀਂ ਆ ਗਏ ਦੂਸਰਾ ਸੈਮੂਅਲ ਉਸਦੇ 17ਵੇਂ ਪਾਠ, ਔਰ ਅਸੀਂ ਉਸ ਦੀਆਂ ਪਹਿਲੀਆਂ 14 ਆਇਤਾਂ ਪੜਾਂਗੇ। ਹੁਸ਼ਈ ਦੀ ਅਬਸ਼ਲੋਮ ਨੂੰ ਸਲਾਹ। ਇਹ ਥੋਫਲ ਨੇ ਅਬਸ਼ਾਲੋਮ ਨੂੰ ਕਿਹਾ, ਮੈਨੂੰ ਆਗਿਆ ਦੇਵੋ ਕਿ ਮੈਂ 12,000 ਆਦਮੀ ਚੁਣ ਕੇ ਦਾਊਦ ਦਾ ਪਿੱਛਾ ਕਰਾਂ। ਮੈਂ ਉਸ ਉੱਤੇ ਉਸ ਵੇਲੇ ਹੱਲਾ ਬੋਲਾਂਗਾ ਜਦੋਂ ਉਹ ਥੱਕ ਟੁੱਟ ਕੇ ਲੇਟਿਆ ਹੋਵੇ। ਉਹ ਆਪ ਡਰ ਜਾਵੇਗਾ ਤੇ ਉਸਦੇ ਆਦਮੀ ਨੱਠ ਜਾਣਗੇ। ਤਦ ਮੈਂ ਕੇਵਲ ਦਾਊਦ ਰਾਜਾ ਨੂੰ ਹੀ ਕਤਲ ਕਰਾਂਗਾ। ਫਿਰ ਮੈਂ ਸਭ ਆਦਮੀਆਂ ਨੂੰ ਤੇਰੇ ਕੋਲ ਇਸ ਤਰ੍ਹਾਂ ਲੈ ਆਵਾਂਗਾ ਜਿਸ ਤਰ੍ਹਾਂ ਲਾੜੇ ਕੋਲ ਉਸਦੀ ਵਹੁਟੀ ਆਉਂਦੀ ਹੈ। ਤੂੰ ਤਾਂ ਕੇਵਲ ਇੱਕ ਹੀ ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਸੋ ਇਸ ਤਰ੍ਹਾਂ ਬਾਕੀ ਦੇ ਸਭ ਲੋਕ ਤੇਰੇ ਕੋਲ ਸਹੀ ਸਲਾਮਤ ਪਹੁੰਚ ਜਾਣਗੇ। ਅਬਸ਼ਲੋਮ ਅਤੇ ਬਾਕੀ ਦੇ ਇਜ਼ਰਾਈਲੀਆਂ ਨੂੰ ਇਹ ਸਲਾਹ ਚੰਗੀ ਲੱਗੀ, ਪਰ ਉਸ ਵੇਲੇ ਅਬਸ਼ਲੋਮ ਨੇ ਕਿਹਾ, ਹੁਸ਼ਈ ਨੂੰ ਵੀ ਸੱਦੋ ਤੇ ਅਸੀਂ ਉਸ ਦੀ ਸਲਾਹ ਵੀ ਸੁਣੀਏ। ਜਦੋਂ ਹੁਸ਼ਈ ਉਸ ਕੋਲ ਆ ਗਿਆ ਤਾਂ ਅਬਸ਼ਲੋਮ ਨੇ ਕਿਹਾ, ਇਹ ਸਲਾਹ ਇਹੀ ਥੋਫਲ ਨੇ ਸਾਨੂੰ ਦਿੱਤੀ ਹੈ। ਜੇਕਰ ਤੂੰ ਸਮਝਦਾ ਹੈ ਕਿ ਇਹ ਠੀਕ ਨਹੀਂ ਹੈ ਤਾਂ ਦੱਸ ਅਸੀਂ ਕੀ ਕਰੀਏ। ਹੁਸ਼ਈ ਨੇ ਅਬਸ਼ਲੋਮ ਨੂੰ ਉੱਤਰ ਦਿੱਤਾ, ਇਹੀ ਥੋਫਲ ਨੇ ਜੋ ਸਲਾਹ ਇਸ ਵਾਰ ਦਿੱਤੀ ਹੈ ਉਹ ਠੀਕ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿਤਾ ਅਤੇ ਉਸਦੇ ਆਦਮੀ ਬਹਾਦਰ ਲੜਾਕੂ ਹਨ। ਉਹਨਾਂ ਦੀ ਹਾਲਤ ਇਸ ਵੇਲੇ ਉਸ ਰਿਛਣੀ ਵਾਂਗ ਹੈ ਜਿਸ ਦੇ ਬੱਚੇ ਜੰਗਲ ਵਿੱਚ ਖੋ ਗਏ ਹੋਣ ਅਤੇ ਉਹ ਕ੍ਰੋਧ ਕਾਰਨ ਪਾਗਲ ਹੋਈ ਚਾਰੇ ਪਾਸੇ ਦੌੜ ਰਹੀ ਹੋਵੇ। ਤੁਹਾਡਾ ਪਿਤਾ ਇੱਕ ਹੰਢਿਆ ਹੋਇਆ ਯੋਧਾ ਹੈ।
ਇਸ ਲਈ ਉਹ ਰਾਤ ਵੇਲੇ ਆਪਣੇ ਲੋਕਾਂ ਨਾਲ ਨਹੀਂ ਸੌਵੇਗਾ। ਹੋ ਸਕਦਾ ਹੈ ਕਿ ਉਹ ਇਸ ਵੇਲੇ ਵੀ ਕਿਸੇ ਖੋਹ ਜਾਂ ਗੁਫਾ ਵਿੱਚ ਲੁਕਿਆ ਹੋਵੇ। ਇਸ ਹਾਲਤ ਵਿੱਚ ਜੇਕਰ ਉਹ ਤੇਰੇ ਆਦਮੀਆਂ ਉੱਤੇ ਹੱਲਾ ਕਰੇਗਾ ਤਾਂ ਸੁਣਨ ਵਾਲੇ ਇਹੀ ਸਮਝਣਗੇ ਕਿ ਤੇਰੇ ਆਦਮੀ ਹਾਰ ਗਏ ਹਨ। ਇਹ ਖਬਰ ਸੁਣ ਕੇ ਬਹਾਦਰ ਤੋਂ ਬਹਾਦਰ, ਇੱਥੋਂ ਤੱਕ ਕਿ ਸ਼ੇਰ ਦਾ ਦਿਲ ਰੱਖਣ ਵਾਲਾ ਆਦਮੀ ਵੀ ਡਰ ਜਾਵੇਗਾ, ਕਿਉਂਕਿ ਸਭ ਇਜ਼ਰਾਈਲੀ ਜਾਣਦੇ ਹਨ ਕਿ ਤੁਹਾਡਾ ਪਿਤਾ ਇੱਕ ਵੱਡਾ ਯੋਧਾ ਹੈ ਤੇ ਉਸ ਦੇ ਨਾਲ ਦੇ ਆਦਮੀ ਬਹਾਦਰ ਲੜਾਕੂ ਹਨ। ਇਸ ਹਾਲਤ ਵਿੱਚ ਮੇਰੀ ਸਲਾਹ ਹੈ ਕਿ ਤੁਸੀਂ ਸਾਰੇ ਇਜ਼ਰਾਈਲੀਆਂ ਨੂੰ ਅਰਥਾਤ ਦਾਨ ਤੋਂ ਲੈ ਕੇ ਬੇਰਿਸ਼ਵਾ ਤੱਕ ਆਪਣੇ ਕੋਲ ਇਕੱਠਿਆਂ ਕਰੋ ਤੇ ਫਿਰ ਤੁਸੀਂ ਆਪ ਵਿਅਕਤੀਗਤ ਤੌਰ ਤੇ ਲੜਨ ਲਈ ਨਿਕਲੋ। ਤਾਂ ਅਸੀਂ ਅਚਾਨਕ ਜਿੱਥੇ ਕਿਤੇ ਵੀ ਦਾਊਦ ਲੁਕਿਆ ਹੋਵੇਗਾ ਉਸ ਉੱਤੇ ਅਤੇ ਉਸ ਦੇ ਆਦਮੀਆਂ ਉੱਤੇ ਹੱਲਾ ਬੋਲ ਦੇਵਾਂਗੇ। ਇਸ ਤਰ੍ਹਾਂ ਉਹ ਸਭ ਬਿਨਾਂ ਜਾਣਿਆ ਕਿ ਕੀ ਹੋਇਆ ਹੈ ਮਾਰੇ ਜਾਣਗੇ। ਜੇਕਰ ਉਹ ਕਿਸੇ ਸ਼ਹਿਰ ਵਿੱਚ ਜਾ ਲੁਕੇਗਾ ਤਾਂ ਸਾਡੇ ਆਦਮੀ ਉਸ ਪੂਰੇ ਸ਼ਹਿਰ ਨੂੰ ਉਸ ਦੀ ਮਿੱਟੀ ਤੇ ਪੱਥਰਾਂ ਸਮੇਤ ਦਰਿਆ ਦੇ ਪਾਣੀ ਵਿੱਚ ਮਿਲਾ ਦੇਣਗੇ। ਅਬਸ਼ਲੋਮ ਅਤੇ ਸਭ ਇਜ਼ਰਾਈਲੀਆਂ ਨੇ ਕਿਹਾ, ਹੁਸ਼ਈ ਅਰਕੀ ਦੀ ਸਲਾਹ ਅਹੀਥੋਫਲ ਦੀ ਸਲਾਹ ਨਾਲੋਂ ਚੰਗੀ ਹੈ। ਇਸ ਤਰ੍ਹਾਂ ਪ੍ਰਭੂ ਨੇ ਅਹੀਥੋਫਲ ਦੀ ਚੰਗੀ ਸਲਾਹ ਉਲਟੀ ਸਿੱਧ ਕੀਤੀ ਕਿ ਅਬਸ਼ਲੋਮ ਦਾ ਨਾਸ਼ ਹੋ ਜਾਵੇ। ਸੋ ਉਸ ਦੀ ਸਲਾਹ ਤਾਂ ਗੁੱਡ ਸੀਗੀ ਕਿ ਇਸ ਵੇਲੇ ਉਸਦੇ ਪੈਰ ਉਖੜੇ ਹੋ ਆ ਦਾਊਦ ਦੇ। ਇਸ ਵੇਲੇ ਜਵਾਬ ਵੀ ਉੱਥੇ ਹੈ ਨਹੀਂ ਗਾ ਉਹਦੇ ਨਾਲ। ਹਾਲੇ ਸੈਨਾ ਆ ਰਹੀ ਆ, ਔਰ ਜਿਹੜੀ ਸੈਨਾ ਆ ਰਹੀ ਆ ਦਾਊਦ ਦੇ ਨਾਲ ਖੜੀ ਹੋਣ ਦੇ ਲਈ ਉਹ ਥੱਕੇ ਹੋ। ਸਲਾਹ ਤਾਂ ਉਹਦੀ ਬਿਲਕੁਲ ਸਹੀ ਸੀ ਕਿ ਬਹੁਤੇ ਆਦਮੀਆਂ ਦੀ ਲੋੜ ਨਹੀਂ, ਸਾਨੂੰ ਸਿਰਫ 12,000 ਫੌਜੀਆਂ ਦੀ ਲੋੜ ਆ, ਔਰ ਇੱਕੋ ਹੀ ਹੱਲਾ ਬੋਲੋ ਔਰ ਖਤਮ ਕਰ ਦਿਓ। ਤਾਂ ਉਸਨੇ ਕਿਹਾ ਕਿ ਤੂੰ ਜਾਣਦਾ ਕਿ ਤੇਰਾ ਜਿਹੜਾ ਬਾਪ ਆ ਉਹ ਇੱਕ ਹੰਡਿਆ ਹੋਇਆ ਸੈਨਾਪਤੀ ਆ, ਮਹਾਨ ਲੜਾਕਾ ਆ। ਅਗਰ ਤੁਸੀਂ ਗਏ ਤਾਂ ਇਸ ਵੇਲੇ ਸਭ ਗੁੱਸੇ ਦੇ ਵਿੱਚ ਆ। ਦਾਊਦ ਨੇ ਉਹਨਾਂ ਨੂੰ ਜੰਗ ਕਰਨ ਤੋਂ ਰੋਕਿਆ ਸੀਗਾ ਕਿ ਤੁਸੀਂ ਨਹੀਂ, ਪਰ ਜੇ ਤੁਸੀਂ ਹਮਲਾ ਕਰੋਗੇ ਤਾਂ ਉਹ ਵੀ ਅੱਗਿਓਂ ਹਮਲਾ ਕਰਨਗੇ, ਔਰ ਇਹ ਹੋ ਸਕਦਾ ਕਿ 12,000 ਆਦਮੀ ਮਾਰੇ ਜਾਣ ਤੇ ਫਿਰ ਤੇਰੇ ਨਾਲ ਕਿਸੇ ਨੇ ਨਹੀਂ ਖੜੇ ਹੋਣਾ। ਸਲਾਹ ਇਹ ਵੀ ਗੁੱਡ ਆ, ਪਰ ਉਸਨੂੰ ਇੰਨਾ ਨਹੀਂ ਪਤਾ ਕਿ ਇਸ ਸਲਾਹ ਵਿੱਚ ਜਦੋਂ ਤੱਕ ਉਸਨੇ ਬੰਦੇ ਇਕੱਠੇ ਕਰਨੇ ਆ ਉਨੀ ਦੇਰ ਤੱਕ ਦਾਊਦ ਦੀ ਸੈਨਾ ਉਹਦੇ ਨਾਲ ਆ ਕੇ ਖੜੀ ਹੋ ਜਾਣੀ ਆ। ਦਾਊਦ ਨੂੰ ਟਾਈਮ ਮਿਲ ਗਿਆ, ਦਾਊਦ ਨੂੰ ਟਾਈਮ ਮਿਲ ਗਿਆ, ਔਰ ਇਸ ਦੀ ਖਬਰ ਦਾਊਦ ਤੱਕ ਵੀ ਪਹੁੰਚ ਗਈ। 3 ਜ਼ਬੂਰ ਹੁਣ ਇੱਥੇ ਅਸੀਂ ਫਿਰ ਦੇਖਾਂਗੇ। ਮੇਰੇ ਨਾਲ ਜ਼ਬੂਰ 28, 143 ਤੇ 40। ਜ਼ਬੂਰ 28, ਕੋਈ ਜਾਣਾ 140 ਕੱਢ ਲਏ, ਸੌਰੀ ਕੋਈ ਜਾਣਾ 143 ਕੱਢ ਲਏ ਤੇ ਕੋਈ ਜਾਣਾ 40 ਕੱਢ ਲਏ। ਇਸੇ ਲਾਈਨ ਦੇ ਵਿੱਚ ਅਸੀਂ ਇਹਨਾਂ ਨੂੰ ਪੜ੍ਹਾਂਗੇ। ਪਹਿਲਾਂ 28। हे प्रभु मैं तेनू पुकारदा हां, हे मेरी चट्टान तू मेरी पुकार सुन। तेरे चुप रहन ते मैं मरिया बराबर हो जावांगा। जदों मैं अपने हथ तेरे परम पवित्र थां ਵੱਲ ਤਾਂ ਚੁੱਕਾਂ, ਜਦੋਂ ਮੈਂ ਮਦਦ ਲਈ ਤੈਨੂੰ ਪੁਕਾਰਾਂ ਤਾਂ ਤੂੰ ਮੇਰੀ ਬੇਨਤੀ ਸੁਣਨਾ। ਤੂੰ ਮੇਰੀ ਗਿਣਤੀ ਦੁਸ਼ਟਾਂ ਦੇ ਨਾਲ ਨਾ ਕਰਨਾ, ਅਰਥਾਤ ਬੁਰੇ ਕੰਮ ਕਰਨ ਵਾਲਿਆਂ ਦੇ ਨਾਲ, ਜੋ ਆਪਣੇ ਗੁਆਂਢੀਆਂ ਨਾਲ ਕਰਦੇ ਤਾਂ ਸ਼ਾਂਤੀ ਦੀਆਂ ਗੱਲਾਂ ਨੇ, ਪਰ ਉਹਨਾਂ ਦੇ ਦਿਲਾਂ ਵਿੱਚ ਹੈ ਬੁਰਾਈ। ਤੂੰ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ, ਉਹਨਾਂ ਦੀ ਕੀਤੀ ਬੁਰਾਈ ਦੇ ਅਨੁਸਾਰ ਉਹਨਾਂ ਨੂੰ ਬਦਲਾ ਦੇ। ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ, ਉਹਨਾਂ ਦੇ ਕੰਮਾਂ ਦਾ ਫਲ ਉਹਨਾਂ ਨੂੰ ਦੇ। ਉਹ ਪ੍ਰਭੂ ਦੇ ਕੀਤੇ ਕੰਮਾਂ ਤੇ ਧਿਆਨ ਨਹੀਂ ਕਰਦੇ, ਨਾ ਹੀ ਉਸਦੇ ਹੱਥਾਂ ਦੀ ਕਾਰੀਗਰੀ, ਤੇ ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਫਿਰ ਕਦੇ ਉਹਨਾਂ ਨੂੰ ਨਹੀਂ ਬਣਾਵੇਗਾ। ਪ੍ਰਭੂ ਨੂੰ ਧੰਨ ਧੰਨ ਕਹਿ, ਉਸਨੇ ਮੇਰੀਆਂ ਬੇਨਤੀਆਂ ਸੁਣੀਆਂ ਹਨ। ਉਹ ਮੇਰਾ ਬਲ ਹੈ, ਉਹ ਮੇਰੀ ਰੱਖਿਆ ਕਰਦਾ ਹੈ, ਉਹ ਮੇਰੀ ਮਦਦ ਕਰਦਾ ਹੈ, ਉਹ ਮੈਨੂੰ ਖੁਸ਼ੀ ਦਿੰਦਾ ਹੈ। ਮੈਂ ਉਸਦੀ ਵਡਿਆਈ ਗੀਤਾਂ ਨਾਲ ਕਰਦਾ ਹਾਂ। ਪ੍ਰਭੂ ਆਪਣੇ ਲੋਕਾਂ ਦੀ ਮੁਕਤੀ ਹੈ, ਉਹ ਆਪਣੇ ਚੁਣੇ ਜਨ ਦਾ ਸੁਰੱਖਿਅਤ ਕਿਲ੍ਹਾ ਹੈ। हे ਪ੍ਰਭੂ, ਤੂੰ ਆਪਣੇ ਲੋਕਾਂ ਦਾ ਬਚਾਅ ਕਰ, ਆਪਣੇ ਵਿਰਸੇ ਨੂੰ ਅਸੀਸ ਦੇ। ਤੂੰ ਉਹਨਾਂ ਦਾ ਚਰਵਾਹਾ ਬਣ ਅਤੇ ਉਹਨਾਂ ਨੂੰ ਅਨੰਤ ਕਾਲ ਤੱਕ ਸੰਭਾਲ। ਅਨੰਤ ਕਾਲ ਤੱਕ ਸੰਭਾਲ। ਹੁਣ ਤੁਸੀਂ ਦੇਖੋ ਇੱਥੇ ਕਿੱਦਾਂ ਕੀ ਪ੍ਰੋਸੈਸ ਆ ਉਸਦਾ। ਈਵਨ ਦੋ ਅਸੀਂ ਦੇਖਦੇ ਪਏ ਆ ਕਿ ਉੱਥੋਂ ਉਸਨੂੰ ਖਬਰਾਂ ਮਿਲਦੀਆਂ ਪਈਆਂ, ਖਬਰਾਂ ਤਾਂ ਨਾਲੋਂ ਨਾਲ ਹੀ ਮਿਲਦੀਆਂ ਪਈਆਂ।
ਕਿ ਆਹ ਸਲਾਹ ਦਿੱਤੀ ਗਈ ਆ, ਅਹੀਥੋਫਲ ਨੇ ਆਹ ਸਲਾਹ ਦਿੱਤੀ ਆ, ਉਸਨੇ ਕਿਹਾ ਹਮਲਾ ਕਰੋ। ਲੇਕਿਨ ਨਾਲੋਂ ਨਾਲ ਇਹ ਵੀ ਖਬਰ ਮਿਲਦੀ ਪਈ ਆ ਕਿ ਉਹ ਹੁਸ਼ਈ ਦਾ ਇੰਤਜ਼ਾਰ ਕਰ ਰਹੇ ਕਿ ਉਹ ਕੀ ਸਲਾਹ ਦਿੰਦਾ। ਅਬਸ਼ਲੋਮ ਨੇ ਉਸ ਦੀ ਸਲਾਹ ਨੂੰ ਤੋਲਣਾ ਮਿਲਣਾ ਚਾਹਿਆ ਤੇ ਇੱਕ ਪਾਸੇ ਦੀ ਸਲਾਹ ਨਹੀਂ ਉਹ ਮੰਗ ਰਿਹਾ, ਉਹ ਦੋਵਾਂ ਪਾਸਿਆਂ ਦੀ ਸਲਾਹ ਮੰਗਦਾ ਪਿਆ, ਯਸ ਪਾਸੇ ਦੀ ਵੀ ਔਰ ਨੋ ਪਾਸੇ ਦੀ, ਔਰ ਫਿਰ ਉਹ ਫੈਸਲਾ ਲਏਗਾ ਆਪ। ਪਰ ਦਾਊਦ ਨੂੰ ਜਿਸ ਲਈ ਇਸ ਚੀਜ਼ ਦਾ ਪਤਾ ਲੱਗਾ ਕਿ ਹੁਸ਼ਈ ਨੂੰ ਬੁਲਾ ਲਿਆ ਗਿਆ ਆ ਤੇ ਉਸਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ ਆ। ਉਸਨੇ ਕਿਹਾ ਹਾਂ, ਉਸ ਨੂੰ ਸਲਾਹਾਂ ਦੇ ਰਹੇ, ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ, ਲੇਕਿਨ ਤੂੰ ਮੇਰੇ ਨਾਲ। ਔਰ ਪ੍ਰਭੂ ਨੂੰ ਧੰਨ ਧੰਨ ਕਹੋ, ਉਸਨੇ ਮੇਰੀਆਂ ਬੇਨਤੀਆਂ ਸੁਣੀਆਂ ਹਨ। ਉਹ ਮੇਰਾ ਬਲ ਹੈ, ਉਹ ਮੇਰੀ ਰੱਖਿਆ ਕਰਦਾ ਹੈ, ਉਹ ਮੇਰੀ ਮਦਦ ਕਰਦਾ ਹੈ, ਉਹ ਮੈਨੂੰ ਖੁਸ਼ੀ ਦਿੰਦਾ ਹੈ। ਇਹ ਸਾਰੀਆਂ ਚੀਜ਼ਾਂ ਪ੍ਰਭੂ ਦਿੰਦਾ। ਠੀਕ। 143 ਮਦਦ ਲਈ ਪ੍ਰਾਰਥਨਾ। हे ਪ੍ਰਭੂ, ਮੇਰੀ ਪ੍ਰਾਰਥਨਾ ਸੁਣ। ਤੂੰ ਮੇਰੀ ਬੇਨਤੀ ਤੇ ਆਪਣਾ ਕੰਨ ਲਾ। ਤੂੰ ਸੱਚਾ ਅਤੇ ਭਲਾ ਹੈ, ਇਸ ਲਈ ਤੂੰ ਮੈਨੂੰ ਉੱਤਰ ਦੇ। ਤੂੰ ਆਪਣੇ ਇਸ ਦਾਸ ਦਾ ਨਿਆਂ ਨਾ ਕਰ, ਕਿਉਂਕਿ ਤੇਰੇ ਸਾਹਮਣੇ ਕੋਈ ਵੀ ਮਨੁੱਖ ਭਲਾ ਨਹੀਂ। ਵੈਰੀ ਨੇ ਮੇਰਾ ਪਿੱਛਾ ਕੀਤਾ, ਉਸਨੇ ਮੈਨੂੰ ਮਿੱਟੀ ਵਿੱਚ ਮਿਲਾ ਦਿੱਤਾ। ਉਸਨੇ ਮੈਨੂੰ ਹਨੇਰੇ ਵਿੱਚ ਮੁਰਦੇ ਆਦਮੀ ਵਾਂਗ ਬਿਠਾਇਆ, ਇਸ ਲਈ ਮੇਰੀ ਜਾਨ ਬੇਹੋਸ਼ ਹੋ ਗਈ ਤੇ ਮੇਰਾ ਮਨ ਘਬਰਾ ਗਿਆ ਹੈ। ਮੈਂ ਪੁਰਾਣੇ ਦਿਨ ਯਾਦ ਕਰਦਾ ਹਾਂ, ਤੇਰੇ ਕੀਤੇ ਤੇ ਵਿਚਾਰ ਕਰਦਾ ਹਾਂ ਤੇ ਤੇਰੇ ਹੱਥਾਂ ਦੇ ਸਭ ਕੰਮਾਂ ਤੇ ਧਿਆਨ ਕਰਦਾ ਹਾਂ। ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ, ਸੁੱਕੀ ਧਰਤੀ ਦੀ ਤਰ੍ਹਾਂ ਮੇਰਾ ਮਨ ਤੇਰਾ ਧਿਆਇਆ ਹੈ। हे ਪ੍ਰਭੂ, ਤੂੰ ਮੇਰੀ ਤੁਰੰਤ ਮਦਦ ਕਰ। ਮੇਰੀ ਸਭ ਉਮੀਦ ਖਤਮ ਹੋ ਗਈ ਹੈ। ਤੂੰ ਮੇਰੇ ਤੋਂ ਆਪਣੇ ਆਪ ਨੂੰ ਨਾਲ ਖਾ ਕਿ ਕਿਤੇ ਕਬਰ ਵਿੱਚ ਜਾਣ ਵਾਲਿਆਂ ਦੇ ਵਾਂਗ ਹੋ ਜਾਵਾਂ। ਅੰਮ੍ਰਿਤ ਵੇਲੇ ਮੈਂ ਤੇਰੀ ਦਇਆ ਦੇ ਬਾਰੇ ਸੁਣਦਾ। ਮੈਂ ਤੇਰੇ ਤੇ ਭਰੋਸਾ ਕੀਤਾ ਹੈ। ਤੂੰ ਮੈਨੂੰ ਉਸ ਰਾਹ ਤੇ ਲੈ ਚੱਲ ਜਿਸ ਤੇ ਮੈਨੂੰ ਚੱਲਣਾ ਚਾਹੀਦਾ ਹੈ। ਮੈਂ ਆਪਣਾ ਦਿਲ ਤੇਰੇ ਅੱਗੇ ਖੋਲ੍ਹਦਾ ਹਾਂ। हे ਪ੍ਰਭੂ, ਮੈਂ ਤੇਰੀ ਸ਼ਰਨ ਲਈ ਹੈ। ਤੂੰ ਮੈਨੂੰ ਮੇਰੇ ਵੈਰੀਆਂ ਤੋਂ ਬਚਾ। ਤੂੰ ਹੀ ਮੇਰਾ ਪਰਮੇਸ਼ਰ ਹੈ। ਤੂੰ ਮੈਨੂੰ ਆਪਣੀ ਇੱਛਾ ਦੇ ਬਾਰੇ ਸਿਖਾ। ਤੇਰੀ ਆਤਮਾ ਮੈਨੂੰ ਸਿੱਧੇ ਰਾਹ ਤੇ ਚਲਾਵੇ। हे ਪ੍ਰਭੂ, ਤੂੰ ਆਪਣੇ ਨਾਂ ਦੀ ਖਾਤਰ ਮੇਰੀ ਜਾਨ ਦੀ ਰੱਖਿਆ ਕਰ। ਤੂੰ ਆਪਣੇ ਸੱਚ ਦੇ ਨਾਲ ਮੈਨੂੰ ਮੇਰੇ ਦੁੱਖ ਤੋਂ ਬਾਹਰ ਕੱਢ। ਆਪਣੀ ਦਇਆ ਦੇ ਨਾਲ ਮੇਰੇ ਸਭ ਵੈਰੀਆਂ ਨੂੰ ਖਤਮ ਕਰ ਦੇ। ਮੇਰੇ ਵਿਰੋਧੀਆਂ ਦਾ ਨਾਸ਼ ਕਰ ਦੇ, ਕਿਉਂਕਿ ਮੈਂ ਤੇਰਾ ਦਾਸ ਹਾਂ। ਆਮੀਨ। ਸੋ ਤੁਸੀਂ ਇੱਕ ਵਾਰ ਫਿਰ ਦੇਖਦੇ ਆ ਕਿ ਉਹ ਪ੍ਰਭੂ ਦਾ ਆਤਮਾ ਮੈਨੂੰ ਤੇਰੇ ਰਸਤਿਆਂ ਤੇ ਚਲਾਵੇ। ਤੂੰ ਮੈਨੂੰ ਉਸ ਰਸਤੇ ਤੇ ਲੈ ਕੇ ਚੱਲ ਜਿਸ ਤੇ ਮੈਨੂੰ ਚੱਲਣਾ ਚਾਹੀਦਾ। ਕਿਉਂਕਿ ਜਿਸ ਵੇਲੇ ਪ੍ਰਭੂ ਦੀ ਆਵਾਜ਼ ਉਸ ਨੂੰ ਵਾਪਸ ਆਈ ਸੀ ਨਾ, ਪ੍ਰਭੂ ਦੇ ਅੱਗੇ ਪਿੱਟਿਆ ਸੀ, ਰੋਇਆ ਸੀ ਕਿ ਸਭ ਕੁਝ ਲੈ ਲਾ, ਆਪਣਾ ਆਤਮਾ ਨਾ ਮੇਰੇ ਤੋਂ ਲੈ। ਤਾਂ ਪ੍ਰਭੂ ਨੇ ਸਭ ਤੋਂ ਪਹਿਲਾਂ ਉਸਨੂੰ ਇਹ ਕਿਹਾ ਸੀ ਕਿ ਠੀਕ, ਮੈਂ ਤੈਨੂੰ ਹੁਣ ਉਹ ਰਸਤਾ ਦਿਖਾਊਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ। ਸੋ ਇੱਥੇ ਅਸੀਂ ਦੇਖਦੇ ਪਏ ਹਾਂ, ਉਹੀ ਚੀਜ਼ਾਂ ਅਸੀਂ ਇੱਥੇ ਦੇਖਦੇ ਪਏ, ਔਰ ਇਹਨਾਂ ਜ਼ਬੂਰਾਂ ਨੂੰ ਬਹੁਤ ਮਹੱਤਵਪੂਰਨ ਜ਼ਬੂਰ ਬਣਾਉਂਦਾ ਪਿਆ ਕਿ ਇਹ ਉਹ ਆਲਮੋਸਟ 18 ਮਹੀਨਿਆਂ ਦੇ ਜ਼ਬੂਰ ਆ ਜਿਸ ਦੇ ਵਿੱਚ ਦਾਊਦ ਨੂੰ ਆਪਣੇ ਪੁੱਤਰ ਦੇ ਅੱਗੇ ਦੌੜਨਾ ਪਿਆ ਸੀ। ਇਹ ਉਸ ਸਮੇਂ ਦੇ ਜ਼ਬੂਰ ਆ, ਉਸ ਸਮੇਂ ਦੀਆਂ ਦੁਆਵਾਂ ਆ। ਸੋ ਇੱਥੇ ਅਸੀਂ ਦੇਖਦੇ ਪਏ ਹਾਂ ਇੱਕ ਵਾਰ ਫਿਰ ਉਸਦਾ ਮਨ ਘਬਰਾਇਆ ਆ, ਪਰ ਲੇਕਿਨ ਉਸਨੇ ਆਪਣੀ ਉਸ ਘਬਰਾਹਟ ਨੂੰ ਫਿਰ ਪ੍ਰਭੂ ਦੇ ਅੱਗੇ ਰੱਖਿਆ। ਉਹ ਵਿਉਂਤਾਂ ਨਹੀਂ ਬਣਾਉਂਦਾ ਪਿਆ, ਉਸਨੂੰ ਪਤਾ ਕਿ ਵਿਉਂਤਾਂ ਜਿਹੜੀਆਂ ਬਣਨੀਆਂ ਉਹ ਪ੍ਰਭੂ ਨੇ ਆਪੇ ਬਣਾ ਦੇਣੀਆਂ। ਇਹ ਜਿਹੜੀ ਜੰਗ ਚੱਲਦੀ ਪਈ ਆ, ਇਹ ਸਜ਼ਾ ਦਾ ਟਾਈਮ ਆ, ਪਰ ਪ੍ਰਭੂ ਮੈਨੂੰ ਮਾਰੇਗਾ ਨਹੀਂ, ਮੈਨੂੰ ਰੋਲੇਗਾ ਨਹੀਂ, ਲੇਕਿਨ ਇਹ ਸਮਾਂ ਮੇਰੇ ਤੇ ਆਉਣਾ ਜ਼ਰੂਰੀ ਸੀ ਤਾਂ ਕਿ ਬਾਕੀ ਦਾ ਇਜ਼ਰਾਈਲ ਔਰ ਆਉਣ ਵਾਲੀਆਂ ਨਸਲਾਂ ਔਰ ਅੱਜ ਜਿਹੜੇ ਅਸੀਂ ਬਾਈਬਲ ਪੜ੍ਹਦੇ ਪਏ ਹਾਂ, ਇਹ ਸਿੱਖੀਏ ਕਿ ਪਾਪ ਤੋਂ ਬਚ ਕੇ ਰਹਿਣਾ ਪੈਣਾ। ਪਾਪ ਨੂੰ ਇਸ ਤੋਂ ਸੋਚ ਵਿੱਚ ਆਵੇ, ਬਸ ਉੱਥੋਂ ਹੀ ਮੋੜ ਦੇਣਾ ਚਾਹੀਦਾ। ਉੱਥੋਂ ਹੀ ਉਸਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਕਿ ਪ੍ਰਭੂ ਤੂੰ ਮੇਰੀ ਇਹ ਸੋਚ ਨੂੰ ਸੰਭਾਲ, ਤਾਂ ਕਿ ਉਹ ਅੱਗੇ ਨਾ ਜਾਵੇ, ਜੜ ਨਾ ਫੜੇ, ਔਰ ਫਿਰ ਉਹ ਦਰਖਤ ਬਣ ਕੇ ਤਾਂ ਆਪਣਾ ਫਲ ਨਾ ਸਾਡੀ ਜ਼ਿੰਦਗੀ ਦੇ ਵਿੱਚ ਲੈ ਆ।
ਸੋ ਇਹ ਅਸੀਂ ਦੇਖਦੇ ਪਏ। ਸਾਮ 40 40ਵਾਂ ਜ਼ਬੂਰ। ਜਿਸ ਨੂੰ ਮੈਂ ਪੜ੍ਹ ਦੇਣੀ ਪਾਸਟਰ ਜੀ। ਮਹਿਮਾ ਦਾ ਗੀਤ। ਮੈਂ ਧੀਰਜ ਨਾਲ ਪ੍ਰਭੂ ਦੀ ਉਡੀਕ ਕੀਤੀ ਹੈ, ਉਸਨੇ ਕੰਨ ਲਾ ਕੇ ਮੇਰੀ ਪੁਕਾਰ ਸੁਣ ਲਈ ਹੈ। ਉਸਨੇ ਮੈਨੂੰ ਡੂੰਘੇ ਟੋਏ ਅਰਥਾਤ ਭਿਅੰਕਰ ਦਲਦਲ ਵਿੱਚੋਂ ਬਾਹਰ ਕੱਢ ਕੇ ਮੇਰੇ ਪੈਰ ਚਟਾਨ ਉੱਤੇ ਰੱਖੇ ਅਤੇ ਮੇਰਾ ਚੱਲਣਾ ਸਥਿਰ ਕੀਤਾ। ਉਸਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ ਅਰਥਾਤ ਸਾਡੇ ਪਰਮੇਸ਼ਰ ਦੀ ਮਹਿਮਾ ਦਾ ਗੀਤ। ਬਹੁਤ ਸਾਰੇ ਇਹ ਦੇਖਣਗੇ ਅਤੇ ਡਰਨਗੇ ਅਤੇ ਪ੍ਰਭੂ ਉੱਤੇ ਭਰੋਸਾ ਕਰਨਗੇ। ਧੰਨ ਉਹ ਮਨੁੱਖ ਹੈ ਜੋ ਪ੍ਰਭੂ ਉੱਤੇ ਭਰੋਸਾ ਰੱਖਦਾ ਹੈ, ਜੋ ਹੰਕਾਰੀਆਂ ਦੇ ਪਿੱਛੇ ਨਹੀਂ ਜਾਂਦਾ ਅਤੇ ਜੋ ਝੂਠੇ ਦੇਵਤਿਆਂ ਦੀ ਪੂਜਾ ਨਹੀਂ ਕਰਦਾ। ਹੇ ਪ੍ਰਭੂ ਮੇਰੇ ਪਰਮੇਸ਼ਰ, ਤੇਰੇ ਲਈ ਕੀਤੇ ਅਦਭੁਤ ਕੰਮਾਂ ਅਤੇ ਵਿਚਾਰਾਂ ਦੀ ਗਿਣਤੀ ਬੇਅੰਤ ਹੈ। ਜੇਕਰ ਮੈਂ ਉਹਨਾਂ ਸਭ ਬਾਰੇ ਦੱਸਣਾ ਚਾਹਾਂ ਤਾਂ ਉਹ ਗਿਣਤੀ ਵਿੱਚ ਇੰਨੇ ਹਨ ਕਿ ਮੈਂ ਉਹਨਾਂ ਬਾਰੇ ਨਹੀਂ ਦੱਸ ਸਕਦਾ। ਤੇਰਾ ਟਾਕਰਾ ਕੋਈ ਵੀ ਨਹੀਂ ਕਰ ਸਕਦਾ ਹੈ। ਤੂੰ ਕੁਰਬਾਨੀ ਅਤੇ ਭੇਟ ਦਾ ਚਾਹਵਾਨ ਨਹੀਂ, ਇੱਥੋਂ ਤੱਕ ਕਿ ਹੋਮ ਬਲੀ ਅਤੇ ਪਾਪ ਬਲੀ ਨਹੀਂ ਮੰਗਦਾ। ਸਗੋਂ ਤੂੰ ਮੇਰੇ ਕੰਨ ਖੋਲੇ ਹਨ। ਤਦ ਮੈਂ ਕਿਹਾ, ਦੇਖ ਮੈਂ ਆ ਗਿਆ ਹਾਂ, ਵਿਵਸਥਾ ਦੀ ਪੁਸਤਕ ਵਿੱਚ ਮੇਰੇ ਲਈ ਸਭ ਲਿਖਿਆ ਹੈ। ਹੇ ਮੇਰੇ ਪਰਮੇਸ਼ਰ, ਤੇਰੀ ਇੱਛਾ ਪੂਰੀ ਕਰਕੇ ਮੈਂ ਆਨੰਦਿਤ ਹੁੰਦਾ ਹਾਂ। ਤੇਰੀ ਵਿਵਸਥਾ ਦੀਆਂ ਗੱਲਾਂ ਮੇਰੇ ਦਿਲ ਵਿੱਚ ਹਨ। ਤੇਰੇ ਸ਼ੁਭ ਸਮਾਚਾਰ ਬਾਰੇ ਮੈਂ ਮਹਾਸੰਗਤ ਵਿੱਚ ਪ੍ਰਚਾਰ ਕੀਤਾ ਹੈ। ਦੇਖ ਮੈਂ ਆਪਣਾ ਮੂੰਹ ਬੰਦ ਨਹੀਂ ਰੱਖਿਆ ਹੈ। ਹੇ ਪ੍ਰਭੂ, ਤੂੰ ਇਹ ਸਭ ਜਾਣਦਾ ਹੈ। ਮੈਂ ਤੇਰੀ ਮੁਕਤੀ ਦੇ ਸ਼ੁਭ ਸਮਾਚਾਰ ਨੂੰ ਆਪਣੇ ਮਨ ਵਿੱਚ ਲੁਕਾ ਨਹੀਂ ਰੱਖਿਆ, ਸਗੋਂ ਮੈਂ ਤੇਰੀ ਵਫ਼ਾਦਾਰੀ ਅਤੇ ਮੁਕਤੀ ਦੀ ਘੋਸ਼ਣਾ ਕੀਤੀ ਹੈ। ਮੈਂ ਤੇਰੀ ਦਇਆ ਅਤੇ ਸਚਾਈ ਮਹਾਸੰਗਤ ਦੇ ਲੋਕਾਂ ਕੋਲੋਂ ਨਹੀਂ ਛੁਪਾਇਆ ਹੈ। ਹੇ ਪ੍ਰਭੂ, ਤੂੰ ਆਪਣੀ ਦਇਆ ਦੀ ਨਜ਼ਰ ਮੇਰੇ ਤੇ ਰੱਖ। ਤੇਰੀ ਦਇਆ ਅਤੇ ਸੱਤ ਹਮੇਸ਼ਾ ਮੈਨੂੰ ਸੰਭਾਲਣ। ਮਦਦ ਲਈ ਪ੍ਰਾਰਥਨਾ। ਅਣਗਿਣਤ ਬੁਰਾਈਆਂ ਨੇ ਮੈਨੂੰ ਘੇਰ ਲਿਆ ਹੈ। ਮੇਰੇ ਕੁਕਰਮਾਂ ਨੇ ਮੈਨੂੰ ਇੱਥੋਂ ਤੱਕ ਦਬਾ ਦਿੱਤਾ ਹੈ ਕਿ ਮੈਂ ਉਤਾਂਹ ਨਜ਼ਰ ਵੀ ਨਹੀਂ ਚੁੱਕ ਸਕਦਾ ਹਾਂ। ਮੇਰੇ ਬੁਰੇ ਕੰਮ ਮੇਰੇ ਸਿਰ ਦੇ ਵਾਲਾਂ ਤੋਂ ਵੀ ਅਧਿਕ ਹਨ। ਮੈਂ ਪਾਗਲ ਹੋ ਉੱਠਿਆ ਹਾਂ। ਹੇ ਪ੍ਰਭੂ, ਆਪਣੀ ਕਿਰਪਾ ਨਾਲ ਤੂੰ ਮੈਨੂੰ ਬਚਾ। ਤੂੰ ਮੇਰੀ ਮਦਦ ਤੁਰੰਤ ਕਰ। ਜੋ ਲੋਕ ਮੇਰੀ ਜਾਨ ਲੈਣ ਦੇ ਪਿੱਛੇ ਪਏ ਹਨ, ਤੂੰ ਉਹਨਾਂ ਨੂੰ ਸ਼ਰਮਿੰਦਿਆ ਕਰ। ਤੂੰ ਉਹਨਾਂ ਦੀ ਮੱਤ ਮਾਰ ਦੇ। ਜੋ ਮੇਰਾ ਬੁਰਾ ਚਾਹੁੰਦੇ ਹਨ, ਤੂੰ ਉਹਨਾਂ ਨੂੰ ਹਾਰ ਦੇ ਅਤੇ ਅਪਮਾਨਿਤ ਕਰ। ਜੋ ਲੋਕ ਮੇਰੇ ਤੇ ਵਿਅੰਗ ਕੱਸਦੇ ਹਨ, ਉਹ ਆਪਣੀ ਸ਼ਰਮਿੰਦਗੀ ਕਾਰਨ ਖਤਮ ਹੋ ਜਾਣ। ਪਰ ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਵਿੱਚ ਆਨੰਦਿਤ ਅਤੇ ਖੁਸ਼ ਹੋਣ। ਉਹ ਤੇਰੀ ਮੁਕਤੀ ਨੂੰ ਪਿਆਰ ਕਰਦੇ ਹਨ ਅਤੇ ਲਗਾਤਾਰ ਇਸ ਤਰ੍ਹਾਂ ਕਹਿੰਦੇ ਹਨ, ਪ੍ਰਭੂ ਮਹਾਨ ਹੈ। ਮੈਂ ਗਰੀਬ ਅਤੇ ਲੋੜਵੰਦ ਹਾਂ। ਤੂੰ ਹੇ ਪ੍ਰਭੂ ਮੇਰੀ ਚਿੰਤਾ ਕਰਦਾ ਹੈ। ਤੂੰ ਮੇਰਾ ਮਦਦਗਾਰ ਅਤੇ ਛੁਟਕਾਰਾ ਦੇਣ ਵਾਲਾ ਹੈ। ਹੇ ਪਰਮੇਸ਼ਰ, ਤੂੰ ਦੇਰ ਨਾ ਕਰ। ਆਮੀਨ। ਸੋ ਅੱਗੇ ਫਿਰ ਅਸੀਂ ਜਿਸ ਵੇਲੇ ਅਸੀਂ ਜ਼ਬੂਰ ਅਸੀਂ 28 ਪੜ੍ਹਿਆ ਸੀ ਤਾਂ ਉੱਥੋਂ ਪ੍ਰੋਸੈਸ ਸ਼ੁਰੂ ਹੋਇਆ ਸੀ। ਉਸਦਾ ਦਿਲ ਜਿਹੜਾ ਉਹ ਬਹੁਤ ਡੋਲਿਆ ਸੀ। ਫਿਰ ਜਿਸ ਲਈ ਅਸੀਂ 143 ਜ਼ਬੂਰ ਦੇ ਵਿੱਚ ਪਹੁੰਚੇ ਹਾਂ ਤੇ ਉੱਥੇ ਉਸਦੀ ਜਿਹੜੀ ਹਾਲਤ ਆ ਉਹ ਉੱਥੇ ਵੀ ਅਸੀਂ ਅਪ ਡਾਊਨਸ ਦੇਖਦੇ ਪਏ ਹਾਂ। ਲੇਕਿਨ ਇੱਥੇ ਆ ਕੇ ਜਿਹੜੇ ਉਸ ਹਾਲਾਤ ਤਾਂ ਉਹ ਹੀ ਆ, ਲੇਕਿਨ ਪ੍ਰਭੂ ਨੇ ਉਸਦੀ ਹਾਲਤ ਜਿਹੜੀ ਆ ਉਸ ਨੂੰ ਬਦਲ ਦਿੱਤਾ। ਉਸਦੇ ਮਨ ਨੂੰ ਉਸਨੇ ਤਾਜ਼ਿਆਂ ਕਰ ਦਿੱਤਾ। ਉਸਨੇ ਪ੍ਰਭੂ ਨੇ ਦਲੇਰੀ ਦੇ ਦਿੱਤੀ। ਪ੍ਰਭੂ ਨੇ ਉਸਨੂੰ ਤਾਕਤ ਦੇ ਦਿੱਤੀ। ਪ੍ਰਭੂ ਨੇ ਉਸਦੇ ਉੱਤੇ ਰਹਿਮ ਕੀਤੀ। ਲੇਕਿਨ ਜਿਹੜੀਆਂ ਮੇਨ ਚੀਜ਼ਾਂ ਇੱਥੇ ਇਸ ਜ਼ਬੂਰ ਦੇ ਵਿੱਚ ਜਿਹੜੀਆਂ ਦੇਖਣ ਵਾਲੀਆਂ ਆ ਉਹ ਜਿਹੜੀਆਂ ਅਸੀਂ ਦੇਖਾਂਗੇ, ਮੇਨ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਉਹ ਹੈ 10ਵੀਂ ਆਇਤ, ਜਿਸ ਦੇ ਵਿੱਚ ਲਿਖਿਆ, ਮੈਂ ਤੇਰੀ ਮੁਕਤੀ ਦੇ ਸ਼ੁਭ ਸਮਾਚਾਰ ਨੂੰ ਆਪਣੇ ਮਨ ਦੇ ਵਿੱਚ ਲੁਕਾ ਕੇ ਨਹੀਂ ਰੱਖਿਆ। ਸੋ ਸਭ ਤੋਂ ਪਹਿਲਾਂ ਸ਼ੁਭ ਸਮਾਚਾਰ ਜਿਹੜਾ ਸ਼ਬਦ ਆ ਉਹ ਨਵੇਂ ਨਿਯਮ ਚ ਨਹੀਂ ਆਇਆ ਬਲਕਿ ਪੁਰਾਣੇ ਨਿਯਮ ਚ ਆਇਆ, ਔਰ ਉਹ ਮੁਕਤੀ ਦਾ ਸ਼ੁਭ ਸਮਾਚਾਰ ਸੀ। ਮੈਂ ਤੇਰੀ ਮੁਕਤੀ ਦਾ ਸ਼ੁਭ ਸਮਾਚਾਰ ਲੁਕੋ ਕੇ ਨਹੀਂ ਰੱਖਿਆ, ਸਗੋਂ ਮੈਂ ਤੇਰੀ ਵਫਾਦਾਰੀ ਅਤੇ ਮੁਕਤੀ ਦੀ, your faithfulness and your salvation, ਤੇਰੀ ਵਫਾਦਾਰੀ ਤੇ ਤੇਰੀ ਮੁਕਤੀ ਦੀ ਘੋਸ਼ਣਾ ਕੀਤੀ ਹੈ। ਮੈਂ ਤੇਰੀ ਦਇਆ ਅਤੇ ਸੱਚਾਈ ਨੂੰ ਮਹਾਸੰਗਤ ਦੇ ਕੋਲੋਂ ਛੁਪਾਇਆ ਹੈ। Isn't the same thing ਜਿਸ ਵੇਲੇ ਪ੍ਰਭੂ ਮੂਸਾ ਨੇ ਕਿਹਾ ਸੀ ਕਿ ਤੂੰ ਮੈਨੂੰ ਦਰਸ਼ਨ ਦੇ, ਮੈਂ ਦੇਖਣਾ ਚਾਹੁੰਦਾ, ਮੈਂ ਤੇਰੀ ਮਹਿਮਾ ਦੇਖਣੀ ਚਾਹੁੰਦਾ, ਹੈ ਕਿ ਨਹੀਂ? ਉਹਦੇ ਨਾਲ ਬਿਲਕੁਲ ਰਲਦਾ ਪਿਆ ਸਾਰਾ ਕੁਝ।
ਸੋ ਇਹਦਾ ਮਤਲਬ ਕਿ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇਸ ਵੇਲੇ ਬੈਠਾ ਹੈ। ਇਸ ਵੇਲੇ ਆਤਮਾ ਦੀ ਪੂਰੀ ਭਰਪੂਰੀ ਦੇ ਵਿੱਚ ਆਓ, ਔਰ ਆਤਮਾ ਦੀ ਭਰਪੂਰੀ ਦੇ ਵਿੱਚ ਜਿਹੜੀਆਂ ਉਹ ਗੱਲਾਂ ਕਰਦਾ ਪਿਆ ਸਾਨੂੰ ਸਮਝ ਆਉਂਦੀਆਂ ਪਈਆਂ, ਸਾਨੂੰ ਸਾਰਿਆਂ ਨੂੰ ਸਮਝ ਆਉਂਦੀਆਂ ਪਈਆਂ। And that's the beauty of it. ਔਰ again ਜਿਸ ਵੇਲੇ ਉਸਨੇ ਅੱਗੇ ਫਿਰ ਵਧਿਆ ਤਾਂ ਫਿਰ ਉਸਨੇ 16ਵੀਂ ਆਇਤ ਦੇ ਵਿੱਚ ਉਹੀ ਚੀਜ਼ ਫਿਰ ਕਹੀ ਹੈ, ਪਰ ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਦੇ ਵਿੱਚ ਆਨੰਦਿਤ ਹੋਣ ਅਤੇ ਖੁਸ਼ ਹੋਣ, ਉਹ ਤੇਰੀ ਮੁਕਤੀ ਨੂੰ ਪਿਆਰ ਕਰਦੇ ਅਤੇ ਲਗਾਤਾਰ ਇਸ ਤਰ੍ਹਾਂ ਕਹਿੰਦੇ ਹਨ, God is good all the time, all the time God is good. प्रभु भला है, प्रभु महान, प्रभु प्यारा है। सीधा सो एक दिन जरूर ਜਿਹੜੇ ਇੱਥੇ ਆਉਂਦੇ ਆ। ਸੋ ਆਓ ਸਾਡੇ ਕੋਲ ਥੋੜਾ ਜਿਹਾ ਸਮਾਂ ਹੋਰ ਆ, ਅਸੀਂ 15 ਆਇਤ ਤੋਂ ਲੈ ਕੇ ਅਸੀਂ 23 ਆਇਤ ਤੱਕ ਦੇਖਾਂਗੇ। ਮੈਂ ਹੀ ਪੜ੍ਹ ਦੂੰਗੀ ਬਸ ਜੀ। ਜੀ ਦਾਊਦ ਦਾ ਬਚ ਨਿਕਲਣਾ। ਤਦ ਹੁਸ਼ੈਦ ਨੇ ਪੁਰਖਤਾਂ ਸਦੋਕ ਅਤੇ ਅਬਿਆਥਾਰ ਨੂੰ ਜਾ ਕੇ ਸਭ ਦੱਸਿਆ। ਅਹੀਤੋਫਲ ਨੇ ਅਬਸ਼ਾਲੋਮ ਨੂੰ ਇਹ ਸਲਾਹ ਦਿੱਤੀ ਸੀ, ਪਰ ਮੈਂ ਇਸ ਲਈ ਤੁਸੀਂ ਦਾਊਦ ਕੋਲ ਇਹ ਸੰਦੇਸ਼ ਘੱਲੋ, ਉਹ ਅੱਜ ਦੀ ਰਾਤ ਜਰਦਨ ਦਰਿਆ ਦੇ ਨਾਲ ਲੱਗਦੀ ਉਜਾੜ ਵਿੱਚ ਨਾ ਕੱਟੇ, ਸਗੋਂ ਆਪਣੇ ਸਭ ਲੋਕਾਂ ਨਾਲ ਜਰਦਨ ਪਾਰ ਚਲਾ ਜਾਵੇ। ਇਸ ਤਰ੍ਹਾਂ ਉਹ ਅਤੇ ਉਸਦੇ ਆਦਮੀ ਮੌਤ ਦੇ ਖਤਰੇ ਤੋਂ ਦੂਰ ਹੋ ਜਾਣਗੇ। ਉਹਨਾਂ ਦਿਨਾਂ ਵਿੱਚ ਯੋਨਾਥਾਨ ਅਤੇ ਅਹੀਮੈਸ ਇਨ ਰੋਗੇਲ ਦੇ ਚਸ਼ਮੇ ਕੋਲ ਰਹਿੰਦੇ ਸਨ, ਕਿਉਂਕਿ ਉਹ ਸ਼ਹਿਰ ਦੇ ਵਿੱਚ ਦੇਖੇ ਜਾਣ ਤੋਂ ਡਰਦੇ ਸਨ। ਪਰ ਉਹਨਾਂ ਕੋਲ ਇੱਕ ਦਾਸੀ ਹਮੇਸ਼ਾ ਆਉਂਦੀ ਜਾਂਦੀ ਸੀ, ਜੋ ਉਹਨਾਂ ਨੂੰ ਹਰ ਘਟਨਾ ਦੀ ਖਬਰ ਦਿੰਦੀ ਸੀ ਅਤੇ ਉਹ ਦਾਊਦ ਨੂੰ ਜਾ ਕੇ ਉਸ ਬਾਰੇ ਦੱਸਦੇ ਸਨ। ਪਰ ਇੱਕ ਦਿਨ ਇੱਕ ਆਦਮੀ ਨੇ ਉਹਨਾਂ ਨੂੰ ਦੇਖ ਲਿਆ ਅਤੇ ਉਸਨੇ ਤੁਰੰਤ ਜਾ ਕੇ ਅਬਸ਼ਾਲੋਮ ਨੂੰ ਦੱਸਿਆ। ਪਰ ਉਹ ਬਹਰੀਮ ਵਿੱਚ ਕਿਸੇ ਦੇ ਘਰ ਚਲੇ ਗਏ। ਉਸ ਘਰ ਵਿੱਚ ਇੱਕ ਖੂਹ ਸੀ, ਇਸ ਲਈ ਉਹ ਉਸ ਵਿੱਚ ਲੁੱਕ ਕੇ ਬੈਠ ਗਏ। ਉਸ ਘਰ ਦੇ ਮਾਲਕ ਦੀ ਪਤਨੀ ਨੇ ਖੂਹ ਦੇ ਮੂੰਹ ਉੱਤੇ ਇੱਕ ਕੱਪੜਾ ਪਾ ਦਿੱਤਾ ਅਤੇ ਉਸ ਕੱਪੜੇ ਤੇ ਕਣਕ ਖਿਲਾਰ ਦਿੱਤੀ, ਤਾਂ ਜੋ ਉਸ ਪਾਸੇ ਕਿਸੇ ਦਾ ਧਿਆਨ ਨਾ ਜਾਵੇ। ਸੋ ਅਬਸ਼ਾਲੋਮ ਦੇ ਆਦਮੀ ਉਸ ਘਰ ਵਿੱਚ ਗਏ ਅਤੇ ਪੁੱਛਿਆ, ਯੋਨਾਥਾਨ ਅਤੇ ਅਹੀਮੈਸ ਕਿੱਥੇ ਹਨ? ਔਰਤ ਨੇ ਉੱਤਰ ਦਿੱਤਾ, ਉਹ ਦਰਿਆਓਂ ਪਾਰ ਚਲੇ ਗਏ ਹਨ। ਤਦ ਉਹਨਾਂ ਆਦਮੀਆਂ ਨੇ ਸਾਰੇ ਘਰ ਵਿੱਚ ਹਰ ਥਾਂ ਦੇਖਿਆ, ਪਰ ਉਹ ਉਹਨਾਂ ਨੂੰ ਨਾ ਮਿਲੇ। ਫਿਰ ਉਹ ਵਾਪਸ ਚਲੇ ਗਏ। ਜਦੋਂ ਉਹ ਵਾਪਸ ਚਲੇ ਗਏ ਤਾਂ ਯੋਨਾਥਾਨ ਅਤੇ ਅਹੀਮੈਸ ਖੂਹ ਵਿੱਚੋਂ ਬਾਹਰ ਨਿਕਲ ਆਏ ਅਤੇ ਉਹਨਾਂ ਨੇ ਜਾ ਕੇ ਦਾਊਦ ਰਾਜਾ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਕਿਹਾ, ਤੁਸੀਂ ਤੁਰੰਤ ਉੱਠ ਕੇ ਦਰਿਆ ਨੂੰ ਪਾਰ ਕਰ ਜਾਵੋ, ਕਿਉਂਕਿ ਅਹੀਤੋਫਲ ਨੇ ਤੁਹਾਡੇ ਵਿਰੁੱਧ ਬਹੁਤ ਭਿਅੰਕਰ ਸਲਾਹ ਦਿੱਤੀ ਹੈ। ਇਸ ਲਈ ਦਾਊਦ ਅਤੇ ਉਸਦੇ ਆਦਮੀਆਂ ਨੇ ਜਰਦਨ ਦਰਿਆ ਨੂੰ ਪਾਰ ਕਰਨਾ ਸ਼ੁਰੂ ਕੀਤਾ ਅਤੇ ਤਰਕਾਲਾਂ ਤੱਕ ਉਹ ਸਭ ਪਾਰ ਚਲੇ ਗਏ ਸਨ। ਜਦੋਂ ਅਹੀਤੋਫਲ ਨੇ ਦੇਖਿਆ ਕਿ ਉਸਦੀ ਸਲਾਹ ਰੱਦ ਕਰ ਦਿੱਤੀ ਗਈ ਹੈ, ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਰੱਖੀ ਅਤੇ ਉਸ ਉੱਤੇ ਚੜ੍ਹ ਕੇ ਆਪਣੇ ਨਗਰ ਨੂੰ ਚਲਾ ਗਿਆ। ਉੱਥੇ ਉਸਨੇ ਆਪਣੇ ਘਰ ਦਾ ਸਾਰਾ ਕੰਮ ਠੀਕ ਠਾਕ ਕਰਕੇ ਆਪ ਆਤਮ ਹੱਤਿਆ ਕਰ ਲਈ ਅਤੇ ਉਸਨੂੰ ਉਸਦੇ ਟੱਬਰ ਦੀ ਕਬਰ ਵਿੱਚ ਦਫਨਾ ਦਿੱਤਾ ਗਿਆ। ਜਦੋਂ ਅਬਸ਼ਾਲੋਮ ਜਰਦਨ ਦੇ ਪਾਰ ਪਹੁੰਚਿਆ ਤਾਂ ਦਾਊਦ ਉਸ ਸਮੇਂ ਤੱਕ ਮਹਿਨਇਮ ਵਿੱਚ ਪਹੁੰਚ ਗਿਆ ਸੀ। ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਸੈਨਾਪਤੀ ਬਣਾਇਆ ਸੀ। ਅਮਾਸਾ ਇਜ਼ਰਾਈਲੀ ਮਨੁੱਖ ਯਿਥਰਾ ਦਾ ਪੁੱਤਰ ਸੀ। ਯਿਥਰਾ ਨੇ ਯੋਆਬ ਦੀ ਮਾਸੀ ਅਬੀਗੈਲ ਨਾਲ ਵਿਆਹ ਕੀਤਾ ਸੀ। ਤਦ ਅਬਸ਼ਾਲੋਮ ਅਤੇ ਉਸਦੇ ਆਦਮੀਆਂ ਨੇ ਗਿਲਿਆਦ ਦੇ ਇਲਾਕੇ ਦੇ ਵਿੱਚ ਡੇਰੇ ਲਾਏ। ਜਦੋਂ ਦਾਊਦ ਮਹਿਨਇਮ ਵਿੱਚ ਪਹੁੰਚਿਆ ਤਾਂ ਉੱਥੇ ਨਾਹਸ਼ ਦਾ ਪੁੱਤਰ ਸ਼ੋਭੀ ਅਮੋਨੀਆ ਦੇ ਨਗਰ ਰਬਾਹ ਤੋਂ, ਅਮੀਏਲ ਦਾ ਪੁੱਤਰ ਮਾਕੀਰ ਲੋਦੇਬਾਰ ਤੋਂ ਅਤੇ ਬਰਜ਼ਲਈ ਗਿਲਿਆਦੀ ਰੋਗਲੀਮ ਤੋਂ ਉਸ ਕੋਲ ਆਏ। ਉਹ ਆਪਣੇ ਨਾਲ ਇਹ ਚੀਜ਼ਾਂ ਲੈ ਕੇ ਆਏ, ਮੰਜੇ, ਭਾਂਡੇ, ਕਣਕ, ਮਸਰ, ਭੁੰਨੇ ਹੋਏ ਛੋਲੇ, ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ। ਉਹ ਦਾਊਦ ਦੇ ਨਾਲ ਸਭ ਲੋਕਾਂ ਲਈ ਇਹ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਏ, ਕਿਉਂਕਿ ਉਹ ਜਾਣਦੇ ਸਨ ਕਿ ਉਹ ਉਜਾੜ ਵਿੱਚ ਭੁੱਖੇ ਥਿਆਏ ਅਤੇ ਥੱਕੇ ਹੋਏ ਹਨ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਉਸਦੇ ਆਲੇ ਦੁਆਲਿਓਂ ਸਲਾਹਕਾਰ ਜਿਹੜੇ ਉਹ ਖਤਮ ਕਰਨੇ ਸ਼ੁਰੂ ਕਰ ਦਿੱਤੇ।
ਨਾ ਹੁਸ਼ਈ ਜਿਹੜਾ ਸੀਗਾ ਇਹ ਬਹੁਤ ਦੇਰ ਤੋਂ ਦਾਊਦ ਦਾ ਸਲਾਹਕਾਰ ਸੀ। ਦਾਊਦ ਜਦੋਂ ਯੰਗ ਉਮਰ ਦੇ ਵਿੱਚ ਹੀ ਸੀ, ਜਦੋਂ ਦਾਊਦ ਦੌੜਾ ਸੀ ਤੇ ਹੁਸ਼ਈ ਉਦੋਂ ਆ ਕੇ ਦਾਊਦ ਦੇ ਨਾਲ ਰਲਿਆ ਸੀ, ਜਦੋਂ ਉਹ ਸਾਊਲ ਦੇ ਵੇਲੇ ਦੌੜਾ ਸੀ। ਔਰ ਫਿਰ ਜਿਸ ਵੇਲੇ ਦਾਊਦ ਰਾਜਾ ਬਣਿਆ ਤੇ ਉਸਨੇ ਉਸਨੂੰ ਆਪਣਾ ਮੇਨ ਸਲਾਹਕਾਰ ਬਣਾਇਆ, ਔਰ ਉਸਦੀ ਸਲਾਹ ਹਮੇਸ਼ਾ ਪ੍ਰਭੂ ਦੇ ਡਰ ਦੇ ਵਿੱਚ ਭਲੀ ਹੁੰਦੀ ਸੀ ਦਾਊਦ ਦੇ ਲਈ। ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਹੜਾ ਅਹੀਥੋਫਲ ਆ ਉਸਦੇ ਵਿੱਚ ਦੋ ਚੀਜ਼ਾਂ, ਇੱਕ ਤਾਂ ਬਹੁਤ ਕਨਾਈਵਿੰਗ ਆ, ਬਹੁਤ ਸਮਾਰਟ ਆ, ਲੇਕਿਨ ਦੂਸਰੇ ਪਾਸੇ ਜਿਹੜਾ ਉਸਦੇ ਅੰਦਰ ਜਿਹੜਾ ਸਵਾਮੀਮਾਨ ਜਿੱਦਾਂ ਜਿਹਨੂੰ ਕਹਿੰਦੇ ਹੁੰਦੇ ਆ ਕਿ ਜਿਹੜਾ ਅਭਿਮਾਨ ਆ ਉਹ ਵੀ ਉਹਨਾਂ ਹੈ। He is full of pride, ਕਿਉਂਕਿ ਅਬਸ਼ਲੋਮ ਨੂੰ ਜਰੂਸਲਮ ਤੱਕ ਪਹੁੰਚਾਉਣ ਵਾਲਾ ਉਹ ਸੀ, ਔਰ ਅਬਸ਼ਲੋਮ ਉਸਦੀ ਹਰ ਸਲਾਹ ਹੁਣ ਤੱਕ ਮੰਨਦਾ ਆਇਆ ਸੀ। ਔਰ ਜਿਸਲੇ ਉਸਨੇ ਦੇਖਿਆ ਕਿ ਅਬਸ਼ਲੋਮ ਨੇ ਮੇਰੀ ਸਲਾਹ ਨਹੀਂ ਮੰਨੀ ਤਾਂ ਉਹ ਉਸਨੂੰ ਉਸ ਚੀਜ਼ ਨੂੰ ਉਸਨੇ ਬਹੁਤ ਹਰਟ ਕੀਤਾ, ਔਰ ਉਸਦੇ ਨਾਲ ਉਹ ਇੱਕ ਡਿਪਰੈਸ਼ਨ ਦੇ ਵਿੱਚ ਚਲਾ ਗਿਆ। ਔਰ ਡਿਪਰੈਸ਼ਨ ਵੀ ਏਦਾਂ ਦਾ ਕਿ ਉਸਨੇ ਜਾ ਕੇ ਆਤਮ ਹੱਤਿਆ ਕਰ ਲਈ। ਦੂਸਰੇ ਪਾਸੇ ਅਸੀਂ ਇਹ ਦੇਖਦੇ ਪਏ ਹਾਂ ਕਿ ਬਹੁਤ ਸਾਰੇ ਜਿਹੜੇ ਖੁਫੀਆ ਲੋਕ ਜਿਹੜੇ ਉੱਥੇ ਮਹਿਲ ਦੇ ਵਿੱਚ ਆ, ਉਹ ਦਾਊਦ ਨੂੰ ਨਾਲੋਂ ਨਾਲ ਸਲਾਹ ਪਹੁੰਚਾਈ ਚਲੀ ਜਾਂਦੇ। ਔਰ ਦੋ ਬੰਦੇ ਜਿਨ੍ਹਾਂ ਦਾ ਪਤਾ ਲੱਗ ਗਿਆ ਉਹ ਵੀ ਬਚ ਕੇ ਨਿਕਲ ਗਏ। ਪਰ ਦਾਊਦ ਤੱਕ ਇਹ ਗੱਲ ਜ਼ਰੂਰ ਪਹੁੰਚ ਗਈ ਕਿ ਉਹ ਇੱਕ ਭਿਆਨਕ ਹਮਲਾ ਕਰਨਾ ਇਹ ਤੁਹਾਡੇ ਉੱਤੇ ਚਾਹੁੰਦਾ, ਹੋ ਸਕਦਾ ਉਹ ਹਾਲੇ ਵੀ ਕਰਦਾ, ਹੋ ਸਕਦਾ, ਪਰ ਤੁਸੀਂ ਇੱਥੋਂ ਨਿਕਲ ਜਾਓ। ਸੋ ਦਾਊਦ ਨੇ ਜਰਦਨ ਦਰਿਆ ਟੱਪ ਕੇ ਆਪਣੀ ਸੈਨਾ ਜਿਹੜੀ ਜੋ ਵੀ ਥੋੜੀ ਬਹੁਤੀ ਸੈਨਾ ਉਸਦੇ ਨਾਲ ਸੀ, ਹਾਲੇ ਸੈਨਾ ਆਈ ਨਹੀਂ, ਜੋ ਵੀ ਥੋੜੀ ਬਹੁਤੀ ਸੈਨਾ ਸੀ ਉਸਨੂੰ ਲੈ ਕੇ ਦਾਊਦ ਜਰਦਨ ਦੇ ਦੂਸਰੇ ਪਾਰ ਚਲਾ ਗਿਆ। ਸੋ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਕਿਸ ਤਰ੍ਹਾਂ ਦਾਊਦ ਦੀ ਮਦਦ ਕਰਦਾ ਪਿਆ। ਹੁਣ ਅਸੀਂ ਦੇਖਾਂਗੇ ਭਜਨ 4 ਜੋ ਇੱਥੇ ਆਉਂਦਾ, ਔਰ ਫਿਰ ਅੱਜ ਅਸੀਂ ਇਸ ਦੇ ਨਾਲ ਇੱਥੇ ਹੀ ਆਪਣਾ ਦਿਨ ਖਤਮ ਕਰਾਂਗੇ। ਮੈਂ ਪੜ੍ਹਦੇ ਹਾਂ ਪਾਸਟਰ ਜੀ। ਹਾਂ, ਸੋ ਹੁਣ ਉਸਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਨੀ ਹੈ। ਹਾਂਜੀ, ਗੋ ਅਹੈਡ। ਸਾਂਝ ਵੇਲੇ ਦੀ ਪ੍ਰਾਰਥਨਾ। ਮੇਰੇ ਹੱਕਾਂ ਦੇ ਰਖਵਾਲੇ ਪਰਮੇਸ਼ਰ, ਜਦੋਂ ਮੈਂ ਤੈਨੂੰ ਪੁਕਾਰਾਂ ਤੂੰ ਮੈਨੂੰ ਉੱਤਰ ਦੇ। ਜਦੋਂ ਮੈਂ ਸੰਕਟ ਵਿੱਚ ਸਾਂ ਤੂੰ ਮੇਰਾ ਸਹਾਰਾ ਬਣਿਆ। ਹੇ ਮਨੁੱਖੋ, ਕਦੋਂ ਤੱਕ ਤੁਸੀਂ ਆਦਰ ਦੀ ਥਾਂ ਮੇਰਾ ਨਿਰਾਦਰ ਕਰੋਗੇ? ਕਦੋਂ ਤੱਕ ਤੁਸੀਂ ਵਿਅਰਥ ਗੱਲਾਂ ਚਾਹੋਗੇ? ਕਦੋਂ ਤੱਕ ਤੁਸੀਂ ਝੂਠ ਦਾ ਸਾਥ ਦੇਵੋਗੇ? ਇਹ ਸੱਚ ਮੰਨੋ, ਪ੍ਰਭੂ ਨੇ ਆਪਣੀ ਅਦਭੁਤ ਦਇਆ ਮੇਰੇ ਤੇ ਪ੍ਰਗਟ ਕੀਤੀ ਹੈ। ਜਦੋਂ ਵੀ ਮੈਂ ਪੁਕਾਰਦਾ ਹਾਂ, ਪ੍ਰਭੂ ਮੇਰੀ ਸੁਣਦਾ ਹੈ। ਡਰੋ ਅਤੇ ਪਾਪ ਨਾ ਕਰੋ। ਸੌਂਦੇ ਸਮੇਂ ਵੀ ਇਸ ਤੇ ਧਿਆਨ ਕਰੋ ਅਤੇ ਸ਼ਾਂਤ ਰਹੋ। ਭਲੀ ਕੁਰਬਾਨੀ ਚੜਾਓ। ਪ੍ਰਭੂ ਉੱਤੇ ਭਰੋਸਾ ਰੱਖੋ। ਪ੍ਰਭੂ ਉੱਤੇ ਪੱਕਾ ਭਰੋਸਾ ਰੱਖੋ। ਬਹੁਤ ਸਾਰੇ ਕਹਿੰਦੇ ਹਨ, ਕਾਸ਼ ਸਾਨੂੰ ਕੋਈ ਭਲਾਈ ਦਿਖਾ ਸਕਦਾ। ਪ੍ਰਭੂ ਸਾਡੇ ਤੇ ਆਪਣੇ ਮੁਖ ਦਾ ਚਾਨਣ ਚਮਕਾ। ਹੇ ਪ੍ਰਭੂ, ਤੂੰ ਮੇਰੇ ਮਨ ਵਿੱਚ ਉਹਨਾਂ ਤੋਂ ਅਧਿਕ ਆਨੰਦ ਪੈਦਾ ਕੀਤਾ ਜਿਨ੍ਹਾਂ ਦਾ ਅਨਾਜ ਤੇ ਦਾਖਸਾਰ ਬਹੁਤ ਹਨ। ਮੈਂ ਸ਼ਾਂਤ ਵਾਤਾਵਰਣ ਵਿੱਚ ਲੰਮਾ ਪੈਂਦਾ ਹੀ ਸੌਂ ਜਾਂਦਾ ਹਾਂ। ਹੇ ਪ੍ਰਭੂ, ਤੂੰ ਇਕੱਲਾ ਹੀ ਮੇਰੀ ਸੁਰੱਖਿਆ ਕਰਦਾ ਹੈ। ਆਮੀਨ। ਆਮੀਨ। ਸੋ ਉਸਨੇ ਜਿਸ ਲਈ ਉਸਨੂੰ ਇਹ ਸਾਰੀਆਂ ਗੱਲਾਂ ਉਸ ਤੱਕ ਪਹੁੰਚੀਆਂ, ਉਸਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ। ਸੋ ਇਹ ਦੂਸਰੇ ਸੈਮੂਅਲ 17 ਦੇ ਵਿੱਚ
ਇਸ ਸਾਮ ਨੂੰ ਅਸੀਂ ਦੇਖਦੇ ਪਏ ਹਾਂ। ਇਹ ਥੋੜੇ ਜਿਹੇ ਚੈਪਟਰ ਬੜੇ ਹੌਲੀ ਹੌਲੀ ਚੱਲਣੇ ਆ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਜ਼ਬੂਰ ਆਉਂਦੇ ਆ, ਸੋ ਇਸ ਕਰਕੇ ਅਸੀਂ ਉਹਨਾਂ ਜ਼ਬੂਰਾਂ ਨੂੰ ਨਾਲ ਨਾਲ ਪੜ੍ਹਨਾ ਮੰਗਦੇ ਹਾਂ। ਕੱਲ ਨੂੰ ਅਸੀਂ ਜ਼ਬੂਰ ਜਿਹੜਾ ਹੈ 18 ਵੀ ਇੱਥੇ ਆਉਂਦਾ, ਸੋ ਕੱਲ ਨੂੰ ਅਸੀਂ 18 ਜ਼ਬੂਰ ਤੋਂ ਸ਼ੁਰੂ ਕਰਾਂਗੇ। ਸੋ ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ। ਸਾਡੇ ਨਾਲ ਅੰਜਲੀ ਹੁਣੀ ਵੀ ਜੁੜਦੇ ਪਏ ਆ, ਮੈਂ ਪ੍ਰਭੂ ਦਾ ਬਹੁਤ ਸ਼ੁਕਰ ਕਰਦਾ ਤੁਹਾਡਾ। ਅਸੀਂ ਇਸ ਹਫਤੇ ਸਿਸਟਰ ਨੀਨਾ ਨੂੰ ਮਿਸ ਕੀਤਾ ਚਰਚ ਦੇ ਵਿੱਚ, ਅਸੀਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਮਿਸ ਕੀਤਾ, ਸਿਸਟਰ ਸੁਖਦੇਵ ਨੂੰ ਮਿਸ ਕੀਤਾ, ਰੂਬੀ ਨੂੰ ਮਿਸ ਕੀਤਾ। ਸੋ ਅਗਲੇ ਹਫਤੇ ਅਗਲੇ ਸੰਡੇ ਆਪਾਂ ਚਰਚ ਦੇ ਵਿੱਚ ਜ਼ਰੂਰ ਆਇਓ ਤਾਂ ਕਿ ਅਸੀਂ ਪ੍ਰਭੂ ਦੀ ਮਿਲ ਕੇ ਉਪਾਸਨਾ ਕਰ ਸਕੀਏ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਆਪਾਂ ਇਸ ਚੈਪਟਰ ਨੂੰ ਅੱਗੇ ਲੈ ਕੇ ਚੱਲਾਂਗੇ। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੇਰੀ ਦਇਆ, ਤੇਰਾ ਰਹਿਮ, ਤੇਰੇ ਪਿਆਰ ਦੇ। ਖੁਦਾਵੰਦ, ਇੰਨੀ ਵੱਡੀ ਮੁਸੀਬਤ ਦਾਊਦ ਦੇ ਆਲੇ ਦੁਆਲੇ ਹੈ, ਪਰ ਖੁਦਾਵੰਦ ਉਸ ਦਾ ਧਿਆਨ ਮੁਸੀਬਤਾਂ ਤੇ ਨਹੀਂ, ਪਰ ਉਸ ਦੇ ਉੱਤੇ ਹੈ ਜੋ ਉਹ ਮੁਸੀਬਤਾਂ ਦਾ ਹੱਲ। ਪਿਆਰੇ ਪ੍ਰਭੂ, ਆਪਣੇ ਦਿਲ ਦਾ ਡਰ, ਦਿਲ ਦਾ ਰੋਣਾ, ਦਿਲ ਦਾ ਗੁੱਸਾ ਤੇਰੇ ਕਦਮਾਂ ਦੇ ਵਿੱਚ ਰੱਖਦਾ ਪਿਆ। ਜੋ ਉਸ ਦਾ ਮਨ ਖੁਦਾਵੰਦ ਉਸ ਨੂੰ ਕਹਿ ਰਿਹਾ, ਉਹ ਤੇਰੀ ਹਜ਼ੂਰੀ ਦੇ ਵਿੱਚ ਉਸ ਨੂੰ ਲੈ ਕੇ ਆ ਰਿਹਾ। ਪ੍ਰਭੂ ਜੀ, ਮੇਰੀ ਆਹ ਹਾਲਤ, ਮੈਂ ਏਦਾਂ, ਮੇਰਾ ਮਨ ਮੈਨੂੰ ਕਹਿ ਰਿਹਾ। ਔਰ ਖੁਦਾਵੰਦ, ਤੂੰ ਕਿਸ ਤਰ੍ਹਾਂ ਉਸ ਨੂੰ ਧੋਣਾ, ਕਿਸ ਤਰ੍ਹਾਂ ਜੁੱਫੇ ਦੇ ਨਾਲ ਉਸ ਨੂੰ ਧੋਣਾ। ਔਰ ਫਿਰ ਪ੍ਰਭੂ ਜੀ, ਉਸ ਦੇ ਮਨ ਨੂੰ ਦੇ ਅੰਦਰ ਤੂੰ ਇੱਕ ਨਵਾਂ ਖਜ਼ਾਨਾ ਪਾਉਣਾ, ਜਿਸ ਦੇ ਨਾਲ ਉਹ ਆਨੰਦਿਤ ਹੁੰਦਾ, ਮੁਕਤੀ ਦੀ ਸ਼ਾਂਤੀ, ਮੁਕਤੀ ਦਾ ਆਨੰਦ ਉਸ ਨੂੰ ਮਿਲਦਾ। ਔਰ ਉਸ ਨੂੰ ਪ੍ਰਭੂ ਜੀ ਤੇਰੀ ਹਜ਼ੂਰੀ ਮਿਲਦੀ ਹੈ, ਔਰ ਉਸ ਨੂੰ ਤੇਰਾ ਇੰਤਜ਼ਾਰ ਮਿਲਦਾ। ਪਿਆਰੇ ਪ੍ਰਭੂ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਤੇਰਾ ਰਾਜ ਰਹੇ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਔਰ ਸਾਰੇ ਭੈਣ ਭਰਾ ਕਹਿੰਦੇ ਬਲੈਸ ਯੂ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਆਪਾਂ 17ਵੇਂ ਚੈਪਟਰ ਦਾ